मेरे नाल जुड़ चुके ने साडे दोस्त रजिंदर महिंद्रो जी। महिंद्रो जी तुहाडा हार्दिक स्वागत जी। सत श्री अकाल जी। महिंद्रो जी गल्लां करिए अज दीआं अखबारां दीआं सुर्खियां दा तां मुद्दे ते काफ़ी ने, पर वड्डी गल खुशखबरी वाली पहले एक जिहड़ी पंजाबियां वास्ते आपां उह ते थोड़ा जिहा विचार तुहाडे जरूर लवांगे। कल मुख मंत्री भगवंत मान होरां ने एक ऐलान किया 12,700 ਜਿਹੜੇ ਨਵੇਂ ਰੈਗੂਲਰ ਕੀਤੇ ਅਧਿਆਪਕ ਹੈ ਉਹਨਾਂ ਦੀ ਤਨਖਾਹ ਜਿਹੜੀ ਹੈ ਉਹ 2 ਤੋਂ 3 ਗੁਣਾ ਤੱਕ ਵਧਾ ਦਿੱਤੀ ਗਈ ਹੈ। ਕਹਿੰਦੇ ਹੁਣ ਐਸੋਸੀਏਟ ਟੀਚਰ ਜਿਹੜਾ ਉਹਨੂੰ 20,500 ਰੁਪਏ ਹੁਣ ਜਿਹੜੇ ਦਿੱਤੇ ਜਾਣੇ। ਪੰਜਾਬ ਸਰਕਾਰ ਨੇ ਜੋ ਐਲਾਨ ਕੀਤਾ ਹੈ ਇਹਦੇ ਮੁਤਾਬਕ ਭਗਵੰਤ ਮਾਨ ਹੋਣੀ ਦੱਸਿਆ ਕਿ ਸਿੱਖਿਆ ਵਿਭਾਗ ਜਿਹੜੇ ਐਡਹਾਕ ਨੇ ਜਾਂ ਕੰਟਰੈਕਟ ਬੇਸ ਨੇ ਜਾਂ ਅਸਥਾਈ ਟੀਚਰ ਨੇ ਉਹਨਾਂ ਨੂੰ ਰਾਸ਼ਟਰ ਨਿਰਮਾਤਾ ਤੇ ਹੋਰ ਜਿਹੜੀਆਂ ਮੁਲਾਜ਼ਮਾਂ ਦੀਆਂ ਭਲਾਈ ਯੋਜਨਾਵਾਂ ਉਹਦੇ ਤਹਿਤ ਉਹਨਾਂ ਨੂੰ ਜਿਹੜੀ ਹੈ ਉਹਦੀ ਨੀਤੀ ਦੇ ਤਹਿਤ ਉਹਨਾਂ ਨੂੰ ਜਿਹੜਾ ਵਾਅਦਾ ਕੀਤਾ ਗਿਆ 58 ਸਾਲ ਦੀ ਉਮਰ ਤੱਕ ਜਿਹੜੇ ਸੇਵਾ ਪੂਰੀ ਹੋਣ ਤੱਕ ਜਿਹੜੀ ਹੈ ਇਹ ਇਹਨਾਂ ਦਾ ਨਿਰਧਾਰਿਤ ਕਰਤਾ ਗਿਆ, ਜਿਹਦੇ ਵਿੱਚ ਹਰ ਸਾਲ ਆਪਣੀ ਤਨਖਾਹ ਤੇ ਉਹਨਾਂ ਨੂੰ 5% ਦਾ ਵਾਧਾ ਵੀ ਜਿਹੜਾ ਮਿਲਣ ਦਾ ਹੱਕਦਾਰ ਹੋਣਗੇ, ਇਹ ਵੀ ਐਲਾਨ ਕੀਤਾ ਗਿਆ। ਕਹਿੰਦੇ BA ਪਾਸ ਜਿਹੜੇ ਸਿੱਖਿਆ ਪ੍ਰੋਵਾਈਡਰ ਸੀਗੇ ਐਸੋਸੀਏਟ ਟੀਚਰ ਜਿਨ੍ਹਾਂ ਨੂੰ ਕਹਿੰਦੇ, ਪਹਿਲਾਂ ਉਹਨਾਂ ਨੂੰ ਮਿਲਦਾ ਸੀ 9500 ਰੁਪਏ, ਉਹਨਾਂ ਦੀ ਤਨਖਾਹ ਹੁਣ 20,500 ਰੁਪਏ ਕਰਤੀ ਗਈ ਹੈ। ਕਰੀਬ ਲਗਭਗ 12,000 ਰੁਪਏ ਦਾ ਇਹ ਵਾਧਾ ਜਿਹੜਾ ਇਹ ਬੈਠ ਰਿਹਾ। ਤੇ ਇਸ ਤੋਂ ਅੱਗੇ ਦੀ ਗੱਲ ਕਰਦੇ ਹਾਂ ETT ਅਤੇ NTT ਯੋਗਤਾ ਵਾਲੇ ਜਿਹੜੇ ਅਧਿਆਪਕ ਹੈ ਉਹ 10,250 ਰੁਪਏ ਇਸ ਵੇਲੇ ਜਿਹੜੇ ਤਨਖਾਹ ਲੈ ਰਹੇ ਨੇ ਉਹ ਹੁਣ 22,000 ਰੁਪਏ ਉਹਨਾਂ ਨੂੰ ਮਿਲਿਆ ਕਰੇਗਾ। ਤੇ ਇਸੇ ਤਰ੍ਹਾਂ BA MA B.Ed ਡਿਗਰੀ ਵਾਲੇ ਜਿਹੜੇ ਅਧਿਆਪਕ ਹੈ 11,000 ਤਨਖਾਹ ਲੈ ਰਹੇ ਸੀ ਹੁਣ ਤੱਕ, ਉਹ 23,500 ਰੁਪਏ ਉਹਨਾਂ ਨੂੰ ਜਿਹੜੀ ਤਨਖਾਹ ਉਹ ਮਿਲਣ ਲੱਗ ਜਾਊਗੀ। ਕਿਵੇਂ ਦੇਖਦੇ ਹੋ ਇਸ ਵਾਧੇ ਨੂੰ, ਕਿਵੇਂ ਦੇਖਦੇ ਹੋ? ਸੰਧੂ ਸਾਹਿਬ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਲੰਬੇ ਅਰਸੇ ਤੋਂ ਬਾਅਦ ਜਿਹੜੇ ਸਿੱਖਿਅਕ ਹੈ ਉਹਨਾਂ ਨੂੰ ਉਹਨਾਂ ਦੀਆਂ ਮੰਗਾਂ ਦੇ ਮੁਤਾਬਿਕ ਪੰਜਾਬ ਦੀ ਖੁਸ਼ਹਾਲੀ ਦੇ ਵੱਲ ਵਧਦਾ ਹੋਇਆ ਇੱਕ ਕਦਮ ਜਿਹੜਾ ਆ ਉਹ ਪੰਜਾਬ ਸਰਕਾਰ ਦੇ ਵੱਲੋਂ ਮਾਨਯੋਗ ਮੁੱਖ ਮੰਤਰੀ ਜੀ ਨੇ ਲਿਆ। ਕਿਉਂਕਿ ਜਿਹੜੀ ਗੱਲ ਉਹਨਾਂ ਨੇ ਕੀਤੀ ਰਾਸ਼ਟਰ ਨਿਰਮਾਤਾ, ਕਿਉਂਕਿ ਸਿੱਖਿਅਕ ਜਿਹੜਾ ਆ ਉਹ ਇੱਕ ਸੱਚੀ ਮੁੱਚੀ ਦਾ ਜਿਹੜਾ ਗੁਰੂ ਹੈ, ਕਿਉਂਕਿ ਉਹ ਸਟੂਡੈਂਟ ਦੇ ਵਿੱਚ ਇੱਕ ਕਿਸ ਤਰੀਕੇ ਨਾਲ ਭਾਵਨਾ ਪੈਦਾ ਕਰਦਾ, ਖਾਲੀ ਐਜੂਕੇਸ਼ਨ ਨਹੀਂ ਦਿੰਦਾ, ਸਮਾਜ ਨੂੰ ਕਿਸ ਤਰੀਕੇ ਨਾਲ ਸਿਰਜਣਾ ਹੈ, ਦੇਸ਼ ਦੇ ਵਿੱਚ ਕਿਸ ਤਰੀਕੇ ਨਾਲ ਅੱਗੇ ਜਾ ਕੇ ਵਧੀਆ ਮਾਹੌਲ ਬਣਨਾ, ਇਹ ਸਿੱਖਿਅਕ ਜਦੋਂ ਸਟੂਡੈਂਟ ਦੇ ਦਿਮਾਗ ਦੇ ਵਿੱਚ ਪਾਉਂਦਾ ਆ ਤਾਂ ਉਹ ਸੱਚੀ ਮੁੱਚੀ ਦਾ ਰਾਸ਼ਟਰ ਨਿਰਮਾਤਾ ਜਿਹੜਾ ਉਹ ਬਣਦਾ ਹੈ। ਤੇ ਭਗਵੰਤ ਮਾਨ ਜੀ ਨੇ ਪਹਿਲਾਂ ਵੀ ਇਹ ਗੱਲਾਂ ਉਦੋਂ ਕੀਤੀਆਂ ਸੀ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਿ ਅਗਰ ਮੇਰੇ ਹੱਥ ਇਸ ਤਰ੍ਹਾਂ ਦੀ ਤਾਕਤ ਆਂਦੀ ਆ ਤਾਂ ਮੈਂ ਪਹਿਲਾ ਪੈਨ ਜਿਹੜਾ ਆ ਹਰਾ ਪੈਨ ਉਹਨਾਂ ਨੌਕਰੀਆਂ ਦੇ ਉੱਤੇ ਚਲਾਉਂਗਾ ਜਿਹੜੇ ਬੇਰੁਜ਼ਗਾਰ ਜਾਂ ਜਿਹੜੇ ਕੱਚੇ ਅਧਿਆਪਕ ਜਾਂ ਮਤਲਬ ਕੱਚੇ ਮੁਲਾਜ਼ਮ ਸਾਡੇ ਪੰਜਾਬ ਸਰਕਾਰ ਦੇ ਵਿੱਚ ਲੰਬੇ ਸਮੇਂ ਤੋਂ ਜਿਹੜਾ ਸੰਘਰਸ਼ ਕਰ ਰਹੇ ਆ ਆਪਣੀ ਜ਼ਿੰਦਗੀ ਨੂੰ ਪੱਕਾ ਕਰਨ ਦੇ ਲਈ। ਸੋ ਮੈਂ ਸਮਝਦਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਔਰ ਮੈਂ ਸਮਝਦਾ ਕਿ ਹੋਰ ਵੀ ਰਹਿੰਦੇ ਹੋਏ ਜਿੰਨੇ ਵੀ ਇਸ ਤਰ੍ਹਾਂ ਦੇ ਅਦਾਰੇ ਆ ਉਹਨਾਂ ਦੇ ਵਿੱਚ ਜਿੰਨੀਆਂ ਵੀ ਅਸਾਮੀਆਂ ਪੈਂਡਿੰਗ ਪਈਆਂ ਨੇ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਮਾਨ ਸਰਕਾਰ ਜਿਹੜੇ ਆ ਮਾਨ ਸਾਹਿਬ ਪੂਰਾ ਕਰਨਗੇ ਤੇ ਪੰਜਾਬ ਦੇ ਵਿੱਚ ਆਪਣਾ ਵਿਸ਼ਵਾਸ ਜਿਹੜਾ ਆ ਉਹ ਬਣਾਉਣ ਦੇ ਵਿੱਚ ਬਹੁਤ ਜਲਦੀ ਜਿਹੜਾ ਆ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੀ ਜਗ੍ਹਾ ਬਣਾਉਣਗੇ। ਮੈਂ ਸਮਝਦਾ ਹੈ ਕਿ ਖੁਸ਼ੀ ਦੀ ਗੱਲ ਹੈ ਲੋਕਾਂ ਲਈ ਵੀ ਤੇ ਪੰਜਾਬ ਸਰਕਾਰ ਦੇ ਲਈ ਵੀ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਲਈ। ਬਿਲਕੁਲ ਜੀ, ਨਾਲ ਦੀ ਨਾਲ ਇਹ ਵੀ ਜਾਣਕਾਰੀ ਦੇ ਦਈਏ ਕਿ ਭਗਵੰਤ ਮਾਨ ਹੋਣੀ ਜਿਹੜਾ ਐਲਾਨ ਕੀਤੇ ਨੇ ਉਹ ਚ ਕਹਿ ਗਏ IEV ਵਲੰਟੀਅਰ, ਉਹਨਾਂ ਨੂੰ ਕਹਿੰਦੇ ਹੁਣ ਤੱਕ 5500 ਰੁਪਏ ਤਨਖਾਹ ਮਿਲਦੀ ਸੀ ਸਿਰਫ, ਤੇ 3 ਗੁਣਾ ਲਗਭਗ ਕਰ ਦਿੱਤੀ ਗਈ ਹੈ, 15,000 ਰੁਪਏ ਮਿਲੇਗਾ ਘੱਟੋ ਘੱਟ। ਤੇ ਫਿਰ 3500 ਰੁਪਏ ਤਨਖਾਹ ਲੈਣ ਵਾਲੇ ਸੀ ਸਿੱਖਿਆ ਵਲੰਟੀਅਰ ਭਰਤੀ ਕੀਤੇ ਹੋਏ ਸੀ, ਉਹਨਾਂ ਨੂੰ ਵੀ 15,000, ਇਹਦਾ ਮੈਨੂੰ ਲੱਗਦਾ 4 ਗੁਣਾ ਦੇ ਕਰੀਬ ਜਿਹੜੀ ਹੈ ਉਹਨਾਂ ਦੀ ਤਨਖਾਹ ਚੱਲ ਗਈ ਹੈ। ਤੇ 6,000 ਰੁਪਏ ਜਿਹੜੇ ਤਨਖਾਹ ਲੈ ਰਹੇ ਸੀਗੇ EGS EIE ਤੇ STR ਅਧਿਆਪਕ, ਉਹਨਾਂ ਨੂੰ ਹੁਣ 6,000 ਦੀ ਥਾਂ ਤੇ 18,000 ਰੁਪਏ ਜਿਹੜੇ ਆ ਤਨਖਾਹ ਮਿਲੂਗੀ। ਸੋ ਇੱਥੋਂ ਲੱਗਦਾ ਕਿ ਇਹ ਜਿਹੜੀ ਇਸ ਤਰੀਕੇ ਨਾਲ 3-3 4-4 ਗੁਣਾ ਵਧਾਈ ਗਈ ਆ ਔਰ ਨਾਲ ਦੀ ਨਾਲ ਹੀ ਦੇਖਿਆ ਗਿਆ ਕਿ ਇੰਨੀ ਘੱਟ ਤਨਖਾਹ ਦੇ ਨਾਲ ਗੁਜ਼ਾਰਾ ਨਹੀਂ ਹੁੰਦਾ। ਇਹ ਸੱਚਮੁੱਚ ਜਿਹੜਾ ਪੰਜਾਬ ਸਰਕਾਰ ਦਾ ਬੜਾ ਸ਼ਲਾਘਾਯੋਗ ਕਦਮ ਰਹਿਣ ਵਾਲਾ ਆ, ਇਹਦੀ ਹਰ ਪਾਸੇ ਜਿਹੜੀ ਆ ਉਹ ਸ਼ਲਾਘਾ ਹੋ ਰਹੀ ਹੈ। ਸੋ ਮਹਿੰਦਰੋ ਜੀ ਆਪਾਂ ਅਗਲੇ ਮੁੱਦੇ ਤੇ ਚੱਲਦੇ ਹਾਂ, ਜਿੱਥੇ ਇੱਕ ਪਾਸੇ ਸ਼ਲਾਘਾ ਹੋ ਰਹੀ ਹੈ
ਉੱਥੇ ਆਪਾਂ ਗੱਲ ਚੱਲਾਂਗੇ। ਇਹਨਾਂ ਹੀ ਪੰਨਿਆਂ ਉੱਤੇ ਖਬਰ ਛਪੀ ਹੋਈ ਹੈ। ਇੱਕ ਫਿਲਮ ਪਿਛਲੇ ਦਿਨੀ ਜਿਹੜੀ ਆ ਉਹ ਲਿਆਂਦੀ ਗਈ ਹੈ। ਬੰਬੇ ਫਿਲਮ ਇੰਡਸਟਰੀ ਉੱਤੇ ਇਲਜ਼ਾਮ ਬੜੇ ਤਰੀਕੇ ਦੇ ਲੱਗਦੇ ਨੇ, ਪਰ ਅਦਾਲਤਾਂ ਵਿੱਚ ਜਾ ਕੇ ਕਿਤੇ ਨਾ ਕਿਤੇ ਰਾਹਤ ਮਿਲ ਜਾਂਦੀ ਹੁੰਦੀ ਸੀ। ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ਦੇ ਉੱਤੇ ਅਦਾਲਤਾਂ ਇਸ ਗੱਲ ਤੇ ਚੁੱਪ ਕਰ ਜਾਂਦੀਆਂ ਸੀ ਕਿ ਜੀ ਕਲਾ ਹੈ, ਜੀ ਕਲਾ ਜਿਹੜੀ ਹੈ ਕੁਝ ਵੀ ਦਿਖਾ ਸਕਦੀ ਹੈ, ਉਹਨੂੰ ਕੋਈ ਰੋਕ ਟੋਕ ਨਹੀਂ ਹੈ। ਪਰ ਸ਼ਾਇਦ ਇਹ ਪਹਿਲੀ ਵਾਰ ਹੈ। ਇਲਾਹਾਬਾਦ ਹਾਈ ਕੋਰਟ ਦੀ ਜਿਹੜੀ ਲਖਨਊ ਵਿੱਚ ਬੈਂਚ ਹੈ, ਉੱਥੇ ਸੁਣਵਾਈ ਹੋ ਰਹੀ ਆ ਆਦਿ ਪੁਰਸ਼ ਫਿਲਮ ਦੇ ਉੱਤੇ। ਹਾਈ ਕੋਰਟ ਨੇ ਜਿਹੜੇ ਆ ਉਹਦੇ ਪ੍ਰੋਡਿਊਸਰ ਨੇ, ਡਾਇਰੈਕਟਰ ਨੇ, ਕਲਾਕਾਰ ਨੇ, ਉਹਨਾਂ ਨੂੰ ਬੜੇ ਤਿੱਖੇ ਸਵਾਲ ਕੀਤੇ। ਫਿਲਮ ਦੇ ਵਿੱਚ ਭਗਵਾਨ ਰਾਮ ਅਤੇ ਹਨੂਮਾਨ ਦੀ ਜਿਹੜੀ ਤਰਾਜਯੋਗ ਪੇਸ਼ਕਾਰੀ ਕੀਤੀ ਗਈ ਹੈ, ਉਹਨੂੰ ਲੈ ਕੇ ਸੁਣਵਾਈ ਕਰ ਰਿਹਾ। ਅਦਾਲਤ ਨੇ ਕਿਹਾ ਵੀ ਇੱਕ ਹੀ ਧਰਮ ਹਿੰਦੂ ਦੀ ਜਿਹੜੀ ਸਹਿਣਸ਼ੀਲਤਾ ਦੀ ਪ੍ਰੀਖਿਆ ਕਿਉਂ ਲਈ ਜਾਂਦੀ। ਉਹਨਾਂ ਨੇ ਇੱਕ ਵੱਡਾ ਸਵਾਲ ਜਿਹੜਾ ਉਹ ਦਾਗਿਆ। ਕੀ ਕਹਿੰਦੇ, ਜਿਹੜੀ ਇਸ ਕਰਕੇ ਤਾਂ ਨਹੀਂ ਹੋ ਰਿਹਾ ਕਿ ਜਿਹੜਾ ਸਮਾਜ ਬੜਾ ਸੱਭਿਅਕ ਸਮਾਜ ਹੈ, ਉਹਨੂੰ ਜਿਹੜਾ ਦਬਾਉਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨੇ ਕਿਹਾ ਕਿ ਕਿਸੇ ਜਿਹੜਾ ਸੱਭਿਅਕ ਸਮਾਜ ਹੈ ਉਹਨੂੰ ਦਬਾਉਣਾ ਜਿਹੜਾ ਕਿੱਥੋਂ ਤੱਕ ਜਾਇਜ਼ ਹੈ। ਇਹ ਸਵਾਲ ਵੀ ਜਿਹੜਾ ਉਹਨਾਂ ਨੇ ਚੁੱਕਿਆ। ਤੇ ਫਿਰ ਇਹਦੇ ਵਿੱਚ ਡਾਇਲੌਗਸ ਦੀ ਗੱਲ ਆਈ ਤੇ ਨਾਲ ਡਿਸਕਲੇਮਰ ਦੀ ਗੱਲ ਆਈ ਹੈ। ਡਾਇਲੌਗਸ ਦੇ ਉੱਤੇ ਡਿਪਟੀ ਸੋਲਿਸਿਟਰ ਜਨਰਲ ਨੇ ਜਿਹੜਾ ਦੱਸਿਆ ਸੀ ਕਿ ਇਤਰਾਜ਼ਯੋਗ ਜਿਹੜੇ ਡਾਇਲੌਗ ਆ ਉਹਨਾਂ ਨੂੰ ਬਦਲ ਦਿੱਤਾ ਗਿਆ। ਪਰ ਇਹਦੇ ਉੱਤੇ ਵੀ ਅਦਾਲਤ ਨੇ ਕਿਹਾ ਕਿ ਅਦਾਲਤ ਦੇ ਵਿੱਚ ਜਿਹੜੇ ਗੱਲ ਕਹਿੰਦੇ ਵੀ ਇਹ ਜਿਹੜੇ ਡਾਇਲੌਗ ਬਦਲਨੇ ਉਹਦੇ ਨਾਲ ਕਿਵੇਂ ਚੱਲੂਗਾ। ਕਹਿੰਦੇ ਦ੍ਰਿਸ਼ਾਂ ਨੂੰ ਜਿਹੜੇ ਸੀਨ ਸੀਗੇ ਉਹਨਾਂ ਨੂੰ ਲੈ ਕੇ ਕੀ ਕੀਤਾ, ਕਿ ਉਹਨਾਂ ਨੂੰ ਬਦਲਿਆ ਕਿ ਨਹੀਂ ਬਦਲਿਆ। ਬੈਂਚ ਨੇ ਜਿਹੜਾ ਉੱਥੇ ਜਿਹੜੇ ਡਾਇਲੌਗ ਲਿਖਣ ਵਾਲਾ ਸੀ ਮਨੋਜ ਮੁੰਤਸ਼ਰ, ਉਹਨੂੰ ਵੀ ਇਹਦੇ ਵਿੱਚ ਪੱਖ ਬਣਾਉਣ ਦਾ ਜਿਹੜਾ ਉਹਦੀ ਅਰਜ਼ੀ ਮਨਜ਼ੂਰ ਕਰ ਲਈ ਕਿ ਉਹਦੇ ਕੋਲ ਵੀ ਸਵਾਲ ਜਵਾਬ ਕੀਤੇ ਜਾਣੇ ਆ ਕਿ ਉਹਨੇ ਇਸ ਤਰੀਕੇ ਦੇ ਘਟੀਆ ਜਿਹੜੇ ਡਾਇਲੌਗ ਹੈ ਉਹ ਕਿਸ ਆਧਾਰ ਤੇ ਲਿਖੇ ਤੇ ਕਿਉਂ ਲਿਖੇ। ਤੇ ਫਿਲਮ ਦੇ ਵਿੱਚ ਕਹਿੰਦੇ ਡਿਸਕਲੇਮਰ ਦੇ ਦਿੰਦੇ ਵੀ ਜੀ ਇਹਦਾ ਰਿਮਾਂਡ ਦੇ ਨਾਲ ਕੋਈ ਸੰਬੰਧ ਨਹੀਂ ਹੈ। ਤਾਂ ਅਦਾਲਤ ਬੜੀ ਜਿਹੜੀ ਆ ਤੇ ਤਿੱਖੇ ਤੇਵਰ ਨਜ਼ਰ ਆ ਰਹੇ ਆ ਵੀ ਕਹਿੰਦੇ ਤੁਸੀਂ ਪਹਿਲਾਂ ਤਾਂ ਇੱਕ ਪਾਸੇ ਭਗਵਾਨ ਰਾਮ ਵੀ ਦਿਖਾਉਂਦੇ ਹੋ, ਕੁਝ ਲక్ష్మణ ਵੀ ਦਿਖਾਉਂਦੇ ਹੋ, ਹਨੂਮਾਨ ਵੀ ਦਿਖਾਉਂਦੇ ਹੋ, ਲੰਕਾ ਵੀ ਦਿਖਾਉਂਦੇ ਹੋ, ਰਾਵਣ ਵੀ ਦਿਖਾਉਂਦੇ ਹੋ, ਤੇ ਉਸ ਤੋਂ ਬਾਅਦ ਤੁਸੀਂ ਕਹੋਗੇ ਜੀ ਇਹਦਾ ਰਿਮਾਂਡ ਨਾਲ ਕੋਈ ਸੰਬੰਧ ਨਹੀਂਗਾ। ਇਹ ਗੱਲ ਕਿਵੇਂ ਚੱਲੂਗੀ? ਕਿਵੇਂ ਦੇਖਦੇ ਹੋ ਅਦਾਲਤ ਦੇ ਇਸ ਫੈਸਲੇ ਨੂੰ ਇੰਦਰੋ ਜੀ? ਸੰਧੂ ਸਾਹਿਬ, ਬਹੁਤ ਖੁਸ਼ੀ ਦੀ ਗੱਲ ਹੈ ਕਿ ਅਦਾਲਤ ਨੇ ਖਾਨਾ ਪੂਰਤੀ ਕਾਗਜ਼ਾਂ ਨੂੰ ਆਧਾਰ ਨਹੀਂ ਮੰਨਿਆ। ਉਸਨੇ ਜੋ ਸੱਚ ਸੀ ਉਸ ਸੱਚ ਨੂੰ ਆਧਾਰ ਮੰਨ ਕੇ ਉਸ ਫਿਲਮ ਨਿਰਮਾਤਾ ਨੂੰ ਔਰ ਉਸ ਫਿਲਮ ਰਾਈਟਰ ਨੂੰ ਔਰ ਉਸ ਸਾਰਿਆਂ ਨੂੰ ਇਸ ਦੇ ਵਿੱਚ ਜਿਹੜਾ ਆ ਕੈਟਾਗਰੀ ਦੇ ਵਿੱਚ ਖੜਾ ਕੀਤਾ ਹੈ। ਔਰ ਮਾਨਯੋਗ ਅਦਾਲਤ ਨੇ, ਨਿਆਇਧੀਸ਼ ਸਾਹਿਬ ਨੇ ਜਾਂ ਉਹਨਾਂ ਦੀ ਬੈਂਚ ਨੇ ਜੋ ਇਹ ਮੁੱਦਾ ਆਪਣੇ ਸੰਗਿਆਨ ਦੇ ਵਿੱਚ ਲੈ ਕੇ ਬੜੀ ਡੂੰਘੀ ਵਿਸ਼ੇਸ਼ ਚਰਚਾ ਇਸ ਦੇ ਉੱਤੇ ਦਿੱਤੀ ਹੈ ਔਰ ਟਿੱਪਣੀ ਕੀਤੀ ਹੈ ਕਿ ਵੀ ਡਿਸਕਲੇਮਰ ਦੇਣ ਦੇ ਨਾਲ ਤੁਸੀਂ ਇਸ ਗੱਲ ਤੋਂ ਫਾਰਿਗ ਨਹੀਂ ਹੋ ਜਾਂਦੇ ਕਿ ਤੁਸੀਂ ਪੂਰੀ ਰਮਾਇਣ ਦਿਖਾ ਕੇ ਫਿਰ ਉਹਦੇ ਚ ਡਿਸਕਲੇਮਰ ਚ ਕਹਿਤਾ ਕਿ ਅਗਰ ਸੰਯੋਗਵਸ਼ ਕਿਸੇ ਦੇ ਨਾਲ ਇਸ ਦਾ ਕੋਈ ਮਿਲਦਾ ਹੈ ਤੇ ਉਸ ਦੇ ਨਾਲ ਅਸੀਂ ਸਹਿਮਤ ਨਹੀਂ ਹੈ। ਰਮਾਇਣ ਦੇ ਵਿੱਚੋਂ ਅਗਰ ਤੁਸੀਂ ਰਾਮ ਭਗਵਾਨ ਜੀ ਨੂੰ ਦਿਖਾ ਰਹੇ ਹੋ, ਸ਼੍ਰੀ ਰਾਮ ਜੀ ਨੂੰ ਦਿਖਾ ਰਹੇ ਹੋ, ਲਕਸ਼ਮਣ ਜੀ ਨੂੰ ਦਿਖਾ ਰਹੇ ਹੋ, ਹਨੂਮਾਨ ਜੀ ਨੂੰ ਦਿਖਾ ਰਹੇ ਹੋ, ਲੰਕਾ ਦਿਖਾ ਰਹੇ ਹੋ, ਰਾਵਣ ਦਿਖਾ ਰਹੇ ਹੋ, ਤਾਂ ਫਿਰ ਇਹ ਕਿੱਦਾਂ ਕਹਿ ਸਕਦੇ ਹੋ ਕਿ ਅਸੀਂ ਰਮਾਇਣ ਨਹੀਂ ਦਿਖਾ ਰਹੇ? ਉਹ ਰਮਾਇਣ ਹੀ ਹੈ। ਸੋ ਇਸ ਕਰਕੇ ਮੈਂ ਸਮਝਦਾ ਕਿ ਜੋ ਉਹਨਾਂ ਨੇ ਮਾਨਯੋਗ ਜੱਜ ਸਾਹਿਬ ਨੇ ਜੋ ਟਿੱਪਣੀ ਕੀਤੀ ਆ, ਬਹੁਤ ਡੂੰਘੀ ਟਿੱਪਣੀ ਕੀਤੀ ਆ। ਔਰ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਵੀ ਸਾਨੂੰ ਇਸ ਸਮਾਜ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕਿ ਉਹਨਾਂ ਨੇ ਸਿਰਫ ਹਾਲ ਦੇ ਵਿੱਚ ਫਿਲਮ ਬੰਦ ਕਰਵਾਈ, ਨਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਮਾਜ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਪੈਦਾ ਕੀਤਾ ਜਿਸ ਦੇ ਨਾਲ ਸਮਾਜ ਨੂੰ ਨੁਕਸਾਨ ਵੀ ਹੋ ਸਕਦਾ ਸੀ। ਤੇ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਕਿ ਮਾਨਯੋਗ ਸੁਪਰੀਮ ਕੋਰਟ ਜਾਂ ਹਾਈ ਕੋਰਟ ਇਹਨਾਂ ਚੀਜ਼ਾਂ ਦੇ ਉੱਤੇ ਆਪ ਵਿਚਾਰ ਕਰਕੇ ਲੋਕਾਂ ਦੀ ਭਾਵਨਾ ਨੂੰ ਧਿਆਨ ਦੇ ਵਿੱਚ ਰੱਖ ਕੇ ਫਿਲਮ ਬਣਾਉਣ ਵਾਲਿਆਂ ਨੂੰ ਤਾੜਨਾ ਕਰ ਰਹੇ ਆ। ਤੇ ਮੈਂ ਸਮਝਦਾ ਕਿ ਫਿਲਮ ਬਣਾਉਣ ਵਾਲਿਆਂ ਨੂੰ ਖਾਲੀ ਆਪਣੀ TRP ਨਹੀਂ ਦੇਖਣੀ ਚਾਹੀਦੀ, ਆਪਣੀ ਵਿਊਅਰਸ਼ਿਪ ਨਹੀਂ ਦੇਖਣੀ ਚਾਹੀਦੀ, ਉਹਨਾਂ ਨੂੰ ਸਹੀ ਚੀਜ਼ ਲੋਕਾਂ ਨੂੰ ਜਿਹੜੀ ਹੈ ਉਹ ਦਿਖਾਣੀ ਚਾਹੀਦੀ ਆ ਤਾਂ ਕਿ ਸਾਡੇ ਸਨਾਤਨ ਧਰਮ ਦਾ ਜਾਂ ਕਿਸੇ ਵੀ ਸਮਾਜ ਦੇ ਪੰਥ ਦਾ ਜਾਂ ਧਰਮ ਦਾ ਜਿਹੜਾ ਆ ਸਹੀ ਅਕਸ ਜਿਹੜਾ ਆ ਉਹ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਸਾਹਮਣੇ ਆਵੇ ਤੇ ਉਸ ਦੀ ਇੱਜ਼ਤ ਵਧੇ। ਅਗਰ ਉਸ ਦੇ ਵਿੱਚ ਕੋਈ ਕਮੀ ਹੈ ਤਾਂ ਉਸ ਨੂੰ ਬੜੇ ਅੱਛੇ ਤਰੀਕੇ ਦੇ ਨਾਲ ਸਾਹਮਣੇ ਲਿਆ ਕੇ ਗੱਲ ਕਰਨੀ ਚਾਹੀਦੀ ਆ, ਨਾ ਕਿ ਉਸ ਨੂੰ ਉਛਾਲ ਕੇ ਬਦਨਾਮ ਕਰਕੇ ਲੋਕਾਂ ਦੇ ਵਿੱਚ ਇੱਕ
ਨਫ਼ਰਤ ਦਾ ਬੀਜ ਬੋਣ ਦੀ ਜ਼ਰੂਰਤ ਨਹੀਂ ਹੈ। ਤੇ ਮੈਂ ਸਮਝਦਾ ਕਿ ਮਾਨਯੋਗ ਹਾਈ ਕੋਰਟ ਵੀ ਇਸ ਦੇ ਧੰਨਵਾਦ ਦੇ ਪਾਤਰ ਨੇ, ਤੇ ਜਿਹੜੇ ਲੋਕ ਵੀ ਇਸ ਦੇ ਉੱਤੇ ਆ ਕੇ ਗੱਲ ਕਰ ਰਹੇ ਨੇ ਉਹ ਧੰਨਵਾਦ ਦੇ ਪਾਤਰ ਨੇ। ਤੇ ਮੈਂ ਸਮਝਦਾ ਕਿ ਇਸ ਫਿਲਮ ਨਿਰਮਾਤਾ, ਨਿਰਦੇਸ਼ਕ ਔਰ ਜਿੰਨੇ ਵੀ ਇਸ ਦੇ ਨਾਲ ਜੁੜੇ ਹੋਏ ਲੋਕ ਨੇ, ਉਹਨਾਂ ਨੂੰ ਜਾਂ ਤਾਂ ਇਸ ਫਿਲਮ ਦੇ ਵਿੱਚ ਸੁਧਾਰ ਕਰਨਾ ਚਾਹੀਦਾ, ਜਿੰਨੀਆਂ ਵੀ ਇਸ ਦੇ ਵਿੱਚ ਕਮੀਆਂ ਨੇ ਉਹਨਾਂ ਨੂੰ ਦੂਰ ਕਰਨਾ ਚਾਹੀਦਾ, ਨਹੀਂ ਹੈ ਤੇ ਇਸ ਫਿਲਮ ਨੂੰ ਬੰਦ ਕਰਨਾ ਚਾਹੀਦਾ ਹੈ। ਬਿਲਕੁਲ ਜੀ। ਨਾਲੇ ਵੈਸੇ ਵੀ ਜਿਹੜੇ ਆ ਹਾਈ ਕੋਰਟ ਦੇ ਵਿੱਚ ਵੀ ਜਿਹੜਾ ਕਲੂ ਰੱਖਿਆ ਗਿਆ ਨਿਰਮਾਤਾ ਵੱਲੋਂ, ਉਹ ਕਹਿੰਦੇ ਜੀ ਵੀ ਜੇ ਚ ਕੋਈ ਇਤਰਾਜ਼ ਸੀਗਾ ਤੇ ਇਹਨੂੰ ਜਿਹੜਾ ਸੈਂਸਰ ਬੋਰਡ ਹੈ ਉਹਨੇ ਕਿਉਂ ਨਹੀਂ ਰੋਕਿਆ, ਤੇ ਹੁਣ ਜਿਹੜੇ ਆ ਲੋਕ ਰੋਕਣ ਦੇ ਰਾਹ ਤੇ ਕਿਉਂ ਪੈ ਗਏ ਆ। ਤੇ ਉਹਨਾਂ ਨੇ ਸਵਾਲ ਤੇ ਬੜੇ ਆਪਣੇ ਤਰੀਕੇ ਨਾਲ ਜਾਇਜ਼ ਹੀ ਕੀਤੇ ਸੀਗੇ, ਪਰ ਗੱਲ ਇਹ ਹੈ ਕਿ ਹਾਈ ਕੋਰਟ ਨੇ ਇਹ ਵੀ ਕਹਿ ਦਿੱਤਾ ਕਿ ਸੈਂਸਰ ਬੋਰਡ ਦੀ ਜਿਹੜੀ ਭੂਮਿਕਾ ਉਹ ਵੀ ਤੈਅ ਹੋਣੀ ਚਾਹੀਦੀ ਹੈ, ਉਹਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਔਰ ਜੇ ਇਦਾਂ ਦਾ ਕੁਝ ਇਤਰਾਜ਼ਯੋਗ ਹੈ, ਜਿਹੜੀ ਤੁਸੀਂ ਗੱਲ ਕਹੀ ਹੈ ਕਿ ਸਿਨੇਮਿਆਂ ਦੇ ਵਿੱਚ ਸਿਰਫ ਵਿਰੋਧ ਕੀਤਾ ਆ, ਜਦੋਂ ਕਿ ਜੇ ਇਸ ਤਰ੍ਹਾਂ ਦਾ ਕਿਸੇ ਹੋਰ ਜਿਹੜਾ ਕੋਈ ਭਾਈਚਾਰਾ ਹੁੰਦਾ, ਅਗਰ ਉਹਦੇ ਕਿਸੇ ਪੈਗੰਬਰ ਦੇ ਨਾਲ ਇਸ ਤਰ੍ਹਾਂ ਦਾ ਕੋਈ ਮਾਮੂਲੀ ਜਿਹਾ ਵੀ ਕੋਈ ਚੀਜ਼ ਦਿਖਾਈ ਜਾਂਦੀ ਹੈ ਤੇ ਸੜਕਾਂ ਉੱਤੇ ਕਿਸ ਤਰ੍ਹਾਂ ਉਤਰ ਆਉਂਦੇ ਆ, ਕਿਸ ਤਰ੍ਹਾਂ ਹਿੰਸਾ ਦਾ ਜਿਹੜਾ ਪ੍ਰਦਰਸ਼ਨ ਹੋਣਾ ਸ਼ੁਰੂ ਹੋ ਜਾਂਦਾ, ਇਹਦੇ ਤੋਂ ਮੈਨੂੰ ਲੱਗਦਾ ਕੋਈ ਵਿਅਕਤੀ ਅਣਜਾਣ ਨਹੀਂ ਹੈ। ਤੇ ਇੱਥੇ ਜਿਹੜੀ ਆ ਬਿਨਾਂ ਸ਼ੱਕ ਜਿਹੜਾ ਹਿੰਦੁਸਤਾਨੀ ਸਮਾਜ ਹੈ, ਜਿਹਨੂੰ ਆਪਾਂ ਹਿੰਦੂ ਕਹਿੰਦੇ ਆ, ਜਿਹਨੂੰ ਸਨਾਤਨ ਵੀ ਕਹਿੰਦੇ ਆ, ਇਹ ਸਾਰੇ ਸਨਾਤਨੀ ਭਾਈਚਾਰੇ ਇਸ ਗੱਲ ਦੇ ਲਈ ਵਧਾਈ ਦੇ ਹੱਕਦਾਰ ਹੈ ਕਿ ਇੰਨੀਆਂ ਵੱਡੀਆਂ ਚੁਣੌਤੀਆਂ ਜਿਹੜੀਆਂ ਸੈਂਕੜੇ ਸਾਲਾਂ ਤੋਂ ਝੱਲਦੇ ਆ ਰਹੇ ਨੇ ਮਜ਼ਹਬੀ ਕੱਟੜਤਾ ਦੀਆਂ, ਉਸ ਦੇ ਬਾਵਜੂਦ ਇਹਨਾਂ ਨੇ ਆਪਣੀ ਜਿਹੜੀ ਸਹਿਣਸ਼ੀਲਤਾ ਜਿਹੜੀ ਆ ਉਹ ਬਣਾ ਕੇ ਰੱਖੀ ਹੋਈ ਹੈ। ਪਰ ਇਹ ਜਿਹੜਾ ਸੰਜਮ ਆ, ਇਹ ਕਿੱਥੋਂ ਤੱਕ ਹੋਰ ਜਾਣਾ, ਇਹਦਾ ਜਿਹੜੇ ਆਉਣ ਵਾਲੇ ਦਿਨਾਂ 'ਚ ਹਲੇ ਹੋਰ ਇਮਤਿਹਾਨ ਜਿਹੜੇ ਆ ਹਿੰਦੁਸਤਾਨੀ ਸਮਾਜ ਨੂੰ ਝੱਲਣੇ ਪੈ ਸਕਦੇ ਆ। ਕਿਉਂਕਿ ਮਹਿੰਦਰੋ ਜੀ ਹੁਣ 2024 ਦਾ ਮਿਸ਼ਨ ਸ਼ੁਰੂ ਹੋ ਗਿਆ ਆ, 2024 'ਚ ਇਲੈਕਸ਼ਨ ਆ ਰਹੀ ਆ ਦੇਸ਼ ਦੀ, ਤੇ ਉਹਦੇ 'ਚ ਭਾਰਤੀ ਜਨਤਾ ਪਾਰਟੀ ਨੇ ਇੱਕ ਨਵੇਂ ਤਰੀਕੇ ਦਾ ਸਮੀਕਰਨ ਬਿਠਾਉਣਾ ਸ਼ੁਰੂ ਕਰਤਾ। ਗੱਲ ਚੱਲ ਰਹੀ ਹੈ UCC, ਯੂਨੀਫਾਰਮ ਸਿਵਲ ਕੋਡ ਦੀ। ਕਹਿੰਦੇ ਜੀ ਮੋਦੀ ਸਾਹਿਬ ਦਾ ਹੁਣ ਕੱਲ ਬਿਆਨ ਆ ਗਿਆ, ਕੱਲ ਉਹ ਦੇ ਰਹੇ ਸੀਗੇ ਲੈਕਚਰ ਮੇਰਾ ਬੂਥ ਸਭ ਤੋਂ ਮਜ਼ਬੂਤ। ਇਸ ਪ੍ਰੋਗਰਾਮ ਤਹਿਤ ਉਹ ਬੂਥ ਕਾਰਜਕਰਤਾਵਾਂ ਨੂੰ ਸੰਬੋਧਨ ਕਰ ਰਹੇ ਸੀ। ਤਾਂ ਮੋਦੀ ਜੀ ਕਹਿੰਦੇ ਵੀ ਇੱਕ ਘਰ ਹੋਵੇ ਜਾਂ ਇੱਕੋ ਹੀ ਪਰਿਵਾਰ ਹੋਵੇ, ਉਹਦੇ ਵਿੱਚ ਦੋ ਕਾਨੂੰਨ ਕਿਵੇਂ ਲਾਗੂ ਹੋ ਸਕਦੇ ਕਿ ਇੱਕ ਪੁੱਤਰ ਲਈ ਹੋਰ ਤੇ ਦੂਜੇ ਲਈ ਹੋਰ, ਇੱਕ ਧੀ ਲਈ ਹੋਰ ਕਾਨੂੰਨ ਤੇ ਦੂਜੇ ਲਈ ਹੋਰ। ਕਹਿੰਦੇ ਜੇ ਏਦਾਂ ਦੀ ਦੋਹਰੀ ਜਿਹੜੀ ਵਿਵਸਥਾ ਹੋਗੀ ਤਾਂ ਦੇਸ਼ ਕਿਵੇਂ ਚੱਲੇਗਾ। ਮੋਦੀ ਜੀ ਨੇ ਇਹ ਸਵਾਲ ਚੁੱਕਿਆ। ਕਿਵੇਂ ਦੇਖਦੇ ਹੋ, ਕੀ ਲੱਗਦਾ ਕਿ ਯੂਨੀਫਾਰਮ ਜਿਹੜਾ ਸਿਵਲ ਕੋਡ ਆ ਉਹਦੇ ਉੱਤੇ ਸਰਕਾਰ ਤਿਆਰੀ ਕਰ ਚੁੱਕੀ ਹੈ, ਇਹ ਰਿਸਕ ਲੈਣ ਲਈ ਤਿਆਰ ਹੈ? ਕੀ ਲੱਗਦਾ ਕਿ ਜਿਹੜਾ ਮੁਸਲਿਮ ਭਾਈਚਾਰਾ ਜਿਹੜਾ ਇਸ ਗੱਲ ਨੂੰ ਸਵੀਕਾਰ ਕਰੀ ਬੈਠਾ ਕਿ ਸਾਨੂੰ 3 ਤਲਾਕ ਦਾ ਹੋਰ ਚੀਜ਼ਾਂ ਦਾ ਹੱਕ ਆ, ਉਹ ਜਿਹੜਾ ਉਹਦੇ ਜਿਹੜਾ ਰੋਸ ਆ ਪੈਦਾ ਹੋਣਾ ਜਾਂ ਉਹਦੀ ਜਿਹੜੀ ਨਾਰਾਜ਼ਗੀ ਸੰਭਵ ਹੋ ਸਕਦੀ ਹੈ, ਉਹਦੀ ਤਿਆਰੀ ਵੀ ਕਿਤੇ ਨਾ ਕਿਤੇ ਜਿਹੜੀ ਮੋਦੀ ਸਰਕਾਰ ਨੇ ਕਰ ਲਈ ਹੋਈ ਹੈ? ਕਿਵੇਂ ਦੇਖਦੇ ਹੋ? ਦੇਖੋ ਸੰਧੂ ਸਾਹਿਬ, ਗੱਲ ਇਹ ਹੈ ਕਿ ਅਗਰ ਗੱਲ ਕਰੀਏ ਯੂਨੀਫਾਰਮ ਸਿਵਲ ਕੋਡ ਦੀ, ਸਾਡਾ ਦੇਸ਼ ਬਹੁਤ ਵੱਡਾ ਹੈ, ਪਹਿਲਾਂ ਵੀ ਵੱਡਾ ਸੀ ਬਹੁਤ, ਅੱਜ ਹੋਰ ਵੀ ਜਿਹੜਾ ਆ ਬਹੁਤ ਵੱਡਾ ਆ। ਇਸ ਦੇ ਵਿੱਚ ਬਹੁਤ ਸਾਰੀਆਂ ਅਲੱਗ-ਅਲੱਗ ਸਟੇਟਸ ਨੇ, ਯੂਨੀ ਟੈਰੀਟਰੀ ਹੈ, ਔਰ ਅਗਰ ਕਾਨੂੰਨ ਵੀ ਸਭ ਦੇ ਅਲੱਗ-ਅਲੱਗ ਰਹਿਣਗੇ ਤਾਂ ਅਸੀਂ ਕਦੇ ਵੀ ਇੱਕ ਨਹੀਂ ਹੋ ਸਕਦੇ। ਤੇ ਅਗਰ ਇੱਕ ਦੇਸ਼, ਇੱਕ ਵਿਧਾਨ, ਇੱਕ ਨਿਸ਼ਾਨ, ਇਹ ਅਗਰ ਸਾਰੀਆਂ ਚੀਜ਼ਾਂ ਇਕੱਠੀਆਂ ਰਹਿਣਗੀਆਂ, ਇੱਕ ਰਹਿਣਗੀਆਂ, ਤਾਂ ਹੀ ਸਭ ਦੇ ਲਈ ਸਾਰਾ ਕੁਝ ਇੱਕ ਹੋ ਸਕੇਗਾ ਕਿ ਇੱਕ ਸਟੇਟ ਤੋਂ ਜਾ ਕੇ ਦੂਸਰੀ ਸਟੇਟ ਤੇ ਕੋਈ ਬੰਦਾ ਕੰਮ ਕਰ ਸਕਦਾ ਹੈ, ਇੱਕ ਸਟੇਟ ਤੋਂ ਦੂਸਰੀ ਸਟੇਟ ਤੇ ਜਾ ਕੇ ਕੋਈ ਬੰਦਾ ਘਰ ਬਣਾ ਸਕਦਾ ਹੈ, ਇੱਕ ਸਟੇਟ ਤੋਂ ਦੂਸਰੀ ਸਟੇਟ ਤੇ ਜਾ ਕੇ ਕੋਈ ਮੈਰਿਜ ਕਰ ਸਕਦਾ ਹੈ, ਕੋਈ ਐਜੂਕੇਸ਼ਨ ਅੱਗੇ ਲੈ ਸਕਦਾ ਹੈ, ਕੋਈ ਨੌਕਰੀ ਕਰ ਸਕਦਾ ਹੈ। ਇਹ ਸਾਰੀਆਂ ਚੀਜ਼ਾਂ ਇੱਕ ਵਿਧਾਨ, ਇੱਕ ਨਿਸ਼ਾਨ ਔਰ ਇੱਕ ਹੀ ਕਾਨੂੰਨ ਅਗਰ ਹੋਵੇ ਤਾਂ ਉਸ ਦਾ ਬੜਾ ਲਾਭ ਮਿਲਦਾ ਹੈ। ਵਿਦੇਸ਼ਾਂ ਦੇ ਵਿੱਚ ਸਾਰੇ ਨਾਗਰਿਕਾਂ ਦੇ ਲਈ ਇੱਕ ਬਰਾਬਰ ਦਾ ਕਾਨੂੰਨ ਹੁੰਦਾ ਹੈ। ਸਾਡੇ ਇੱਥੇ ਥੋੜਾ ਜਿਹਾ ਫਰਕ ਇੱਥੇ ਵੀ ਦੇਖਿਆ ਜਾਂਦਾ ਹੈ। ਅਗਰ ਕੋਈ ਛੋਟੀ ਮੋਟੀ ਕੋਈ ਗਲਤੀ ਇੱਕ ਆਮ ਆਦਮੀ ਕਰ ਜਾਂਦਾ ਹੈ, ਉਸ ਦੇ ਨਾਲ ਬਿਹੇਵ ਹੋਰ ਤਰੀਕੇ ਨਾਲ ਕੀਤਾ ਜਾਂਦਾ ਹੈ। ਅਗਰ ਉਹੀ ਕੋਈ ਇੱਕ ਵਿਧਾਇਕ ਰੈਂਕ ਦਾ ਜਾਂ ਇੱਕ ਕੋਈ ਵੱਡਾ ਲੀਡਰ ਕਰ ਜਾਂਦਾ ਹੈ ਤਾਂ ਉਹ ਉਸ ਦੇ ਨਾਲ ਉਸ ਦਾ ਹੋਰ ਤਰੀਕੇ ਨਾਲ ਬਿਹੇਵ ਕੀਤਾ ਜਾਂਦਾ ਹੈ। ਤੇ ਕਿਉਂ ਨਹੀਂ ਇਹ ਸਾਰਿਆਂ ਦਾ ਹੀ ਇੱਕ ਹੋਣਾ ਚਾਹੀਦਾ ਹੈ, ਸਾਰਿਆਂ ਦੇ ਲਈ ਸਿਸਟਮ ਇੱਕ ਹੋਣਾ ਚਾਹੀਦਾ ਹੈ। ਜਿਹੜੀ ਗੱਲ ਕੀਤੀ ਤੁਸੀਂ ਮੁਸਲਿਮ ਭਾਈਚਾਰੇ ਦੀ, ਜਿਹੜੀ ਗੱਲ ਕੀਤੀ ਯੂਨੀਫਾਰਮ ਜਿਹੜਾ ਸਿਵਲ ਕੋਡ ਹੈ ਨਾ, ਇਹਦਾ ਜਿਹੜਾ ਨਿੱਜੀ ਜ਼ਿੰਦਗੀ ਨਾਲ ਜਿਹੜੇ ਜੁੜੇ ਹੋਏ ਕੁਝ ਮਾਮਲੇ ਨੇ ਜਿਹਦੇ ਚ ਕਹਿਤਾ ਜਾਂਦਾ ਜੀ ਸਾਡੇ ਤਾਂ 3 ਵਿਆਹ ਅਸੀਂ ਕਰਾ ਸਕਦੇ ਹਾਂ,
ਤੇ ਹਿੰਦੂ ਦੇ ਵਿੱਚ ਅਗਰ ਦੂਜਾ ਵਿਆਹ ਨਹੀਂ ਕਰਾ ਸਕਦਾ ਤੇ ਉਹਦੇ ਲਈ ਅਲੱਗ-ਅਲੱਗ ਕਾਨੂੰਨ ਦੇਣ ਦੀ ਥਾਂ ਤੇ ਇੱਕ ਹੀ ਜਿਹੜਾ ਕਾਨੂੰਨ ਦਾ ਪ੍ਰਬੰਧ ਸਿਵਲ ਕੋਡ ਦਾ, ਇਹ ਸਿਵਲ ਕੋਡ ਨਾਲ ਸੰਬੰਧਿਤ ਹੈਗਾ ਜੀ। ਮੈਂ ਉੱਥੇ ਹੀ ਆਉਣ ਲੱਗਿਆ ਸੀ ਕਿ ਜਿਹੜੀ ਗੱਲ ਆ ਰਹੀ ਹੈ ਕਿ ਮੁਸਲਿਮ ਸਮਾਜ ਦੀ, ਅਗਰ ਮੁਸਲਿਮ ਸਮਾਜ ਹੈ ਤਾਂ ਹਿੰਦੁਸਤਾਨ ਦੇ ਵਿੱਚ ਕੋਈ ਵੀ ਐਸਾ ਵਿਤਕਰਾ ਅੱਜ ਤੱਕ ਮੁਸਲਿਮ ਸਮਾਜ ਦੇ ਨਾਲ ਇਹ ਨਹੀਂ ਹੁੰਦਾ ਕਿ ਇੱਥੇ ਰਹਿਣ ਵਾਲੇ ਕਿਸੇ ਹਿੰਦੂ ਲਈ, ਸਿੱਖ ਲਈ ਜਾਂ ਕਿਸੇ ਹੋਰ ਨਾਗਰਿਕ ਲਈ ਕੋਈ ਸੁਵਿਧਾ ਹੈਗੀ ਆ ਔਰ ਮੁਸਲਿਮਾਨ ਲਈ ਨਹੀਂ ਹੈਗੀ। ਤੇ ਮੁਸਲਿਮ ਸਮਾਜ ਲਈ ਵੀ ਉਹ ਸਾਰੇ ਕਾਨੂੰਨ ਜਿਹੜੇ ਬਰਾਬਰ ਦੇ ਉਨੇ ਹੀ ਹੱਕਦਾਰ ਹੈ, ਉਨੇ ਹੀ ਤਾਕਤਵਰ ਹੈ ਜਿੰਨੇ ਤੁਹਾਡੇ ਲਈ ਜਾਂ ਸਾਡੇ ਲਈ ਹਨ। ਤੇ ਮੈਂ ਨਹੀਂ ਸਮਝਦਾ ਕਿ ਮੁਸਲਿਮ ਸਮਾਜ ਨੂੰ ਕਿਸੇ ਵੀ ਤਰ੍ਹਾਂ ਇਸ ਦੇ ਵਿੱਚ ਕੋਈ ਇਤਰਾਜ਼ ਹੋਵੇਗਾ। ਹਾਂ, ਚੰਦ ਲੋਕ ਜਿਹੜੇ ਕਿ ਇਸ ਆੜ ਦੇ ਵਿੱਚ ਆਪਣੀ ਪਰਿਵਾਰਿਕ ਮौज ਮਸਤੀ ਲਈ ਜਾਂ ਪਰਿਵਾਰਿਕ ਆਪਣੇ ਕਿਸੇ ਵਾਅਦੇ ਲਈ 2-2, 3-3, 4-4 ਵਿਆਹ ਕਰਵਾਉਣਾ ਚਾਹੁੰਦੇ ਨੇ, ਉਹਨਾਂ ਚੰਦ ਲੋਕਾਂ ਨੂੰ ਇਤਰਾਜ਼ ਹੋ ਸਕਦਾ। ਮੇਰੇ ਖਿਆਲ 'ਚ ਮੈਂ ਤਾਂ ਅੱਜ ਬਹੁਤ ਸਾਰੇ ਮੁਸਲਿਮ ਪਰਿਵਾਰਾਂ ਨੂੰ ਵੀ ਜਾਣਦਾ ਜਿਹੜੇ ਇਹਨਾਂ ਚੀਜ਼ਾਂ ਦੇ ਖਿਲਾਫ ਹੈ, ਔਰ ਉਹ ਲੋਕ ਕਦੇ ਵੀ ਇਸ ਗੱਲ ਦੇ ਹਾਮੀ ਨਹੀਂ ਭਰਦੇ ਕਿ ਬਈ 2 ਵਿਆਹ ਹੋਣੇ ਚਾਹੀਦੇ ਆ ਜਾਂ 3 ਹੋਣੇ ਚਾਹੀਦੇ ਆ। ਹਾਂ, ਅਗਰ ਕਿਸੇ ਪਹਿਲੇ ਵਿਆਹ ਦੇ ਵਿੱਚ ਕੋਈ ਮੁਸ਼ਕਿਲ ਆ ਗਈ ਹੈ ਤਾਂ ਕਾਨੂੰਨੀ ਤੌਰ ਤੇ ਅਗਰ ਕਿਸੇ ਦਾ ਕੋਈ ਦੂਸਰਾ ਵਿਆਹ ਕਰਵਾਉਣ ਦੀ ਜ਼ਰੂਰਤ ਹੈ ਤੇ ਉਹ ਕਿਸੇ ਨੂੰ ਵੀ ਹੱਕ ਹੈ ਤੇ ਉਹ ਕਰਵਾਇਆ ਜਾ ਸਕਦਾ ਹੈ। ਤੇ ਮੈਂ ਸਮਝਦਾ ਕਿ ਇਹ ਸਾਰੀਆਂ ਚੀਜ਼ਾਂ ਦੇ ਲਈ ਮੁਸਲਿਮ ਭਾਈਚਾਰਾ ਵੀ ਬਿਲਕੁਲ ਸਾਥ ਦੇਵੇਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਸਾਰਾ ਯੂਨੀਫਾਰਮ ਸਿਵਲ ਕੋਡ ਹੈ ਉਹ ਲਾਗੂ ਹੋਣਾ ਚਾਹੀਦਾ ਹੈ ਔਰ ਸਾਰਿਆਂ ਦੇ ਲਈ ਇੱਕੋ ਜਿਹਾ ਕਾਨੂੰਨ ਹੋਣਾ ਚਾਹੀਦਾ, ਤਾਂ ਹੀ ਸਾਡਾ ਦੇਸ਼ ਜਿਹੜਾ ਹੈ ਉਹ ਮਜ਼ਬੂਤ ਬਣ ਸਕੇਗਾ ਔਰ ਅੱਗੇ ਵੱਧ ਸਕੇਗਾ। ਵੈਸੇ ਵੀ ਮਹਿੰਦਰ ਜੀ ਜਿਹੜਾ 3 ਤਲਾਕ ਵਾਲਾ ਮਾਮਲਾ ਸੀ ਨਾ, 3 ਤਲਾਕ ਦੇ ਉੱਤੇ ਪਹਿਲਾਂ ਹੀ ਕਾਨੂੰਨ ਲਿਆ ਕੇ ਉਸ ਚੀਜ਼ ਨੂੰ ਖਤਮ ਕਰ ਚੁੱਕੇ, ਕਿਉਂਕਿ ਉਹ ਇੱਕ ਤਰਫਾ ਕਾਰਵਾਈ ਸੀ। ਮਰਦ ਪ੍ਰਧਾਨ ਸਮਾਜ ਦੇ ਵਿੱਚ ਇੱਕ ਤਰਫਾ ਕਾਰਵਾਈ ਸੀ ਕਿ ਔਰਤ ਨੂੰ ਜਦੋਂ ਮਰਜ਼ੀ 3 ਵਾਰ ਬੋਲਦੇ ਉਹ ਤਲਾਕ ਤਲਾਕ ਤਲਾਕ, ਤੇ ਉਹਦਾ ਜਿਹੜਾ ਉਹ ਕੋਈ ਦਾਵਾ ਨਹੀਂ ਰਹਿ ਜਾਂਦਾ। ਇਹ ਅੱਜ ਦੇ ਜਿਹੜਾ ਲੇਟੈਸਟ ਜ਼ਮਾਨਾ ਆ, ਹੁਣ ਜਦੋਂ ਭਾਰਤ ਜਿਹੜਾ ਤਰੱਕੀ ਦੀਆਂ ਰਾਹਾਂ ਤੇ ਅੱਗੇ ਵੱਲ ਵਧ ਰਿਹਾ ਤੇ ਸਾਰੇ ਸੰਸਾਰ ਦੇ ਵਿੱਚ ਜਿਹੜੇ ਆ ਉਹ ਮਨੁੱਖੀ ਅਧਿਕਾਰਾਂ ਦੀ ਗੱਲ ਚੱਲ ਰਹੀ ਆ, ਤਾਂ ਇੱਥੇ ਔਰਤ ਵਰਗ ਦੇ ਜਿਹੜੇ ਅਧਿਕਾਰ ਨੇ ਉਹਨਾਂ ਨੂੰ ਭਾਰਤ ਨੇ ਵੀ ਕਿਸੇ ਵੀ ਤਰੀਕੇ ਨਾਲ ਦਬਿਆ ਨਹੀਂ ਰਹਿਣ, ਤਾਂ ਖਾਸ ਤੌਰ ਤੇ ਜਿਹੜੇ ਇਸਲਾਮ ਨੂੰ ਮੰਨਣ ਵਾਲੇ ਨੇ, ਆਪਾਂ ਕਹਿੰਦੇ ਮੁਸਲਮਾਨ। ਤੇ ਦੂਜੇ ਪਾਸੇ ਗੱਲ ਸਵਾਲ ਇਹ ਉੱਠਦਾ ਕਿ ਭਾਜਪਾ ਕੀ ਕਰੇਗੀ ਜੇ ਮੁਸਲਮਾਨਾਂ ਦਾ ਕੋਈ ਵਰਗ ਨਾਰਾਜ਼ ਹੋ ਜਾਂਦਾ। ਜਿਵੇਂ ਤੁਸੀਂ ਗੱਲ ਕਹੀ ਆ ਕਿ ਬਹੁਤ ਸਾਰੇ ਮੁਸਲਮਾਨ ਨੇ ਜਿਹੜੇ ਇਸ ਗੱਲ ਨਾਲ ਸਹਿਮਤ ਨੇ ਕਿ ਹਾਂ ਇੱਕੋ ਜਿਹਾ ਕਾਨੂੰਨ ਚਾਹੀਦਾ, ਸਾਨੂੰ 3 ਤਲਾਕ ਦੀ ਜਾਂ ਹੋਰ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ। ਤਾਂ ਇੱਥੇ ਜਿਹੜੀ ਗੱਲ ਸਾਹਮਣੇ ਆਉਂਦੀ ਹੈ, ਪਸਮਾਨਦਾ ਮੁਸਲਮਾਨ ਕਹਿੰਦੇ ਨੇ, ਇੱਕ ਵਰਗ ਹੈ ਜਿਹਨੂੰ ਪਸਮਾਨਦਾ ਮੁਸਲਮਾਨ ਕਹਿੰਦੇ। ਜਿਵੇਂ ਹਿੰਦੂ ਸਮਾਜ ਵਿੱਚ ਅਸੀਂ ਕਹਿੰਦੇ OBC, SC, ST, ਇਹ ਜਿਹੜੇ ਵਰਗ ਨੇ ਮੁਸਲਮਾਨਾਂ ਦੇ ਵਿੱਚ ਵੀ ਜਿਉਂਦੇ ਤਿਉਂ ਨੇ, ਕਿਉਂਕਿ ਉਹਨਾਂ ਦੇ ਵਿੱਚ ਵੀ ਜਾ ਕੇ ਜਿਹੜਾ ਕਹਿਣ ਨੂੰ ਹੀ ਹੈ ਕਿ ਸਾਰਾ ਇੱਕੋ ਹੋ ਗਿਆ, ਉੱਥੇ ਵੀ ਜਾ ਕੇ ਜਿਹੜੀ ਹੈ ਉਹ ਚੀਜ਼ ਨਹੀਂ ਮੁੱਕਦੀ। ਕਹਿੰਦੇ ਜਿਹੜੀ ਉਹਨਾਂ ਮੁਸਲਮਾਨਾਂ ਦੀ ਆਬਾਦੀ ਆ ਉਹ 80 ਤੋਂ 85% ਹੈ ਜੀ। 80 ਤੋਂ 85% ਉਹ ਲੋਕ ਨੇ ਜਿਹੜੇ ਪਸਮਾਨਦਾ ਮੁਸਲਮਾਨ ਜਿਹਨਾਂ ਨੂੰ ਕਹਿੰਦੇ ਨੇ, ਜਿਹੜੇ OBC, SC ਜਾਂ ST ਨੇ। ਸੋ ਕਹਿੰਦੇ ਜੀ ਉਹਨਾਂ ਦੀ ਗੱਲ ਜਿਹੜੀ ਹੈ ਉਹਨਾਂ ਨੇ ਕੀਤੀ ਹੈ ਤੇ ਉਹਨਾਂ ਮੁਸਲਮਾਨਾਂ ਨੂੰ ਨਾਲ ਜਿਹੜਾ ਲੈਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੀ ਹੈ ਤੇ ਉਹਦੀ ਆਵਾਜ਼ ਜਿਹੜੀ ਉਠਾਈ ਹੈ ਉਹਨਾਂ ਨੇ। ਤੇ ਇਸ ਤੋਂ ਇਲਾਵਾ ਹੋਰ 2-4 ਜਿਹੜੇ ਆ ਉਹਨਾਂ ਦੇ ਨਾਲ ਪਸਮਾਨਦਾ ਮੁਸਲਮਾਨਾਂ ਦਾ ਸੰਵਾਦ ਰਚਾਉਣ ਦੀ ਕੀਤੀ ਹੈ, ਸੰਪਰਕ ਮੁਹਿੰਮ ਸ਼ੁਰੂ ਕੀਤੀ ਹੈ, ਮੋਦੀ ਮਿੱਤਰ ਮੁਹਿੰਮ ਸ਼ੁਰੂ ਕੀਤੀ ਹੈ। ਇਸ ਤਰ੍ਹਾਂ ਦੀਆਂ ਮੁਹਿੰਮਾਂ ਜਿਹੜੀਆਂ ਉਹ ਜੁਲਾਈ ਮਹੀਨੇ ਤੋਂ ਜਿਹੜੀ ਆ ਉਹ ਵਰਕਰਾਂ ਹੀ ਮੋਦੀ ਸਰਕਾਰ ਨੇ ਚਲਾਉਣੀਆਂ ਸ਼ੁਰੂ ਕਰ ਦੇਣੀਆਂ। ਤਾਂ ਲੱਗਦਾ ਕਿਤੇ ਨਾ ਕਿਤੇ ਜਿਹੜਾ ਇਸ ਮਾਮਲੇ ਉੱਤੇ ਵੀ ਜੇ ਕੋਈ ਲੱਗਦਾ ਕੋਈ ਜਿਹੜੀਆਂ ਵਿਰੋਧੀ ਪਾਰਟੀਆਂ ਟੈਂਟ ਪਾਉਣ ਦੀ ਤਿਆਰੀ ਲਈ ਬੈਠੀਆਂ ਨੇ, ਜਿਹੜੀਆਂ ਕਿ ਹੁਣ ਤੱਕ ਤੁਸ਼ਟੀਕਰਨ ਦੀ ਨੀਤੀ ਤੇ ਚੱਲਦੀਆਂ ਨੇ, ਤਾਂ ਲੱਗਦਾ ਕਿ ਉਹਦੇ ਨਾਲ ਵੀ ਜਿਹੜੀ ਨਜਿੱਠਣ ਦੀ ਤਿਆਰੀ ਮੋਦੀ ਸਰਕਾਰ ਨੇ ਕਰ ਲਈ ਹੈ। ਤੇ ਇਸ ਦੌਰਾਨ ਇੱਕ ਹੋਰ ਗੱਲ ਸਾਹਮਣੇ ਆਈ, ਵਰਕਰਾਂ ਨੇ ਕੁਝ ਗੱਲਾਂ ਕੀਤੀਆਂ ਨੇ ਕਿ ਜੀ ਵਿਰੋਧੀ ਪਾਰਟੀਆਂ ਸਾਰੀਆਂ ਇਕੱਠੀਆਂ ਹੋ ਗਈਆਂ ਤਾਂ ਇੱਥੇ BJP ਜਿਹੜੀ ਆ ਉਹ ਕੀ ਕਰ ਸਕਦੀ ਹੈ, ਕਿਵੇਂ ਕਰੂਗੀ? ਜੇ ਸਾਰੀਆਂ ਵਿਰੋਧੀਆਂ ਇਕੱਠੀਆਂ ਹੋ ਜਾਣ ਤਾਂ ਕੀ ਬਣੇ? ਤਾਂ ਵਿਰੋਧੀ ਪਾਰਟੀਆਂ ਦੇ ਉੱਤੇ ਜਿਹੜਾ ਤੰਜ ਕਰਦੇ ਹੋਏ ਉਹਨਾਂ ਨੇ ਇੱਕ ਗਰੰਟੀਆਂ ਦੀ ਗੱਲ ਕੀਤੀ ਆ ਕਿ ਅੱਜ ਕੱਲ੍ਹ ਗਰੰਟੀਆਂ ਦਾ ਸ਼ਬਦ ਬੜਾ ਮਸ਼ਹੂਰ ਹੋ ਰਿਹਾ, ਕਿਉਂਕਿ ਪਹਿਲੇ ਆਮ ਆਦਮੀ ਪਾਰਟੀ ਲੈ ਕੇ ਆਈ ਸੀ ਪੰਜਾਬ ਦੇ ਵਿੱਚ ਵੀ ਸਾਡੀ ਤਾਂ ਗਰੰਟੀ ਹੈ ਜੀ ਅਸੀਂ ਆਹ ਚੀਜ਼ ਦੇਵਾਂਗੇ, ਤੇ ਉਸ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਵੀ ਉਹਨਾਂ ਗਰੰਟੀਆਂ ਦੇ ਉੱਤੇ ਤੁਰ ਪਈ ਹੈ। ਤਾਂ ਉਹ ਕਹਿੰਦੇ ਭਾਈ ਅਸੀਂ ਸਾਡੀ ਤਾਂ ਇੱਕੋ ਹੀ ਗਰੰਟੀ ਹੈ ਕਿ ਹਰ ਘਪਲੇਬਾਜ਼ ਜਿਹੜਾ ਉਹਦੇ ਖਿਲਾਫ ਕਾਰਵਾਈ ਹੋਊਗੀ, ਜਦ ਕਿ ਵਿਰੋਧੀਆਂ ਦੀ ਸਿਰਫ ਇੱਕ ਗਰੰਟੀ ਹੈ ਕਿ 20,000 ਕਰੋੜ ਰੁਪਏ ਦੇ ਘਪਲੇ ਉਹਨਾਂ ਦੀ ਗਰੰਟੀ ਹੈ ਕਿ ਉਹ 20,000 ਕਰੋੜ ਦੇ ਘਪਲੇ ਕਰ ਚੁੱਕੇ ਨੇ ਲੋਕਾਂ ਦੇ ਨਾਲ। ਤਾਂ ਇਹ ਵੀ ਇੱਕ ਮੁੱਦਾ ਆ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਪਰਿਵਾਰਵਾਦ ਦੀ ਗੱਲ ਵੀ ਕੀਤੀ ਹੈ ਮੋਦੀ ਜੀ ਨੇ। ਉਹ ਕਹਿੰਦੇ ਜੇ ਤਾਂ ਕਿਸੇ ਇੱਕ ਪਰਿਵਾਰ ਦਾ ਭਲਾ ਚਾਹੁੰਦੇ ਹੋ ਤੇ ਫਿਰ ਤਾਂ ਇਹਨਾਂ ਪਾਰਟੀਆਂ ਨੂੰ ਤੁਸੀਂ ਵੋਟ ਪਾ ਲਿਓ, ਤੇ ਜੇ ਲੱਗਦਾ ਕਿ ਆਪਣੇ ਪਰਿਵਾਰਾਂ ਦਾ ਜਾਂ ਸਮੂਹ ਦੇਸ਼ ਦੇ ਪਰਿਵਾਰਾਂ ਦਾ ਭਲਾ ਚਾਹੁੰਦੇ ਹੋ, ਬਹੂ ਬੇਟੀਆਂ ਦਾ ਸਾਰਿਆਂ ਦਾ ਭਲਾ ਚਾਹੁੰਦੇ ਹੋ, ਤੇ ਤੁਸੀਂ BJP ਨੂੰ ਜਿਹੜੀ ਆ ਉਹ ਵੋਟ
ਜ਼ਰੂਰ ਪਾਇਓ। ਕੀ ਲੱਗਦਾ ਕਿਹੜੀ ਦਿਸ਼ਾ ਵੱਲ ਨੂੰ ਚੱਲ ਰਿਹਾ ਕੰਮ? ਤੇ ਇੱਕ ਹੋਰ ਬੜੀ ਦਿਲਚਸਪ ਗੱਲ ਆ ਮੋਦੀ ਜੀ ਦੇ ਜਿਹੜਾ ਭਾਸ਼ਣ ਸੀ ਉਹਦੇ ਵਿੱਚ ਦੇਖਣ ਸੁਣਨ ਨੂੰ ਮਿਲੀ ਹੈ, ਉਹਨਾਂ ਨੇ ਅਖਬਾਰਾਂ ਦੀ ਗੱਲ ਕੀਤੀ ਆ। ਜਿਹੜੇ ਆਪਣੇ ਕਾਰਜਕਰਤਾ ਸੀ, ਵਰਕਰਾਂ ਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਅਖਬਾਰਾਂ ਜ਼ਰੂਰ ਲਓ, ਅਖਬਾਰ ਜ਼ਰੂਰ ਪੜ੍ਹਿਆ ਕਰੋ। ਤੇ ਅਖਬਾਰ ਪੜ੍ਹਨ ਤੋਂ ਬਾਅਦ ਉਹਨਾਂ ਨੇ ਇੱਕ ਫਾਰਮੂਲਾ ਦਿੱਤਾ ਕਿ ਅਖਬਾਰ ਨੂੰ ਜਿਹੜਾ ਤੁਸੀਂ ਕਿਸੇ ਜਨਤਕ ਥਾਂ ਦੇ ਉੱਤੇ ਛੱਡਿਆ ਕਰੋ, ਜਿੱਥੇ ਲੋਕੀ ਆਉਂਦੇ ਜਾਂਦੇ ਹੁਣ, ਤਾਂ ਕਿ ਦੂਜਾ ਕੋਈ ਵਿਅਕਤੀ ਵੀ ਜਿਹੜਾ ਅਖਬਾਰ ਨਾਲ ਜੁੜ ਸਕੇ, ਅਖਬਾਰ ਨੂੰ ਪੜ੍ਹ ਸਕੇ। ਤੇ ਤੀਜੀ ਗੱਲ, ਉਹਨਾਂ ਨੇ ਇੱਕ ਹੋਰ ਫਾਰਮੂਲਾ ਦਿੱਤਾ, ਕਹਿੰਦੇ ਵੀ ਜਿਹੜਾ ਇਸ਼ਤਿਹਾਰ ਸ਼ਬਦ ਆਉਂਦਾ ਸਰਕਾਰੀ ਅਖਬਾਰ ਦੇ ਵਿੱਚ, ਕਹਿੰਦੇ ਉਹਦੀ ਵੀ ਕਟਿੰਗ ਕਰਕੇ ਜ਼ਰੂਰ ਕਿਸੇ ਨਾ ਕਿਸੇ ਬੋਰਡ ਤੇ ਲਾ ਦਿਆ ਕਰੋ, ਤਾਂ ਕਿ ਆਮ ਜਾਣ ਵਾਲਾ ਵਿਅਕਤੀ ਜਿਹੜਾ ਉਹ ਵੀ ਉਹਨੂੰ ਪੜ੍ਹ ਸਕੇ। ਕੀ ਲੱਗਦਾ ਕਿੰਨੀ ਕੁ ਤਿਆਰੀ ਨਜ਼ਰ ਆ ਰਹੀ ਹੈ ਬੀਜੇਪੀ ਦੀ 24 ਲਈ? ਸੰਧੂ ਸਾਹਿਬ, ਤੁਹਾਡੀ ਇਹ ਗੱਲ ਸੁਣ ਕੇ ਇਸ ਤੋਂ ਇਹ ਮਹਿਸੂਸ ਹੋ ਰਿਹਾ ਜੀ ਕਿ ਮੋਦੀ ਸਰਕਾਰ ਜਿਹੜੀ ਉਹਨਾਂ ਦੀ ਸੋਚ ਹੈ, ਜਿਸ ਸਟੇਟ ਦੇ ਵਿੱਚ ਉਹਨਾਂ ਦੀ ਆਪਣੀ ਪਾਰਟੀ ਦੀ ਸਰਕਾਰ ਨਹੀਂ ਹੈ, ਉੱਥੇ ਉਹ ਆਪਣਾ ਪ੍ਰਚਾਰ ਜਿਹੜਾ ਹੈ ਨਿਚਲੇ ਸਤਰ ਤੋਂ ਸ਼ੁਰੂ ਕਰਕੇ ਚੱਲਣਾ ਚਾਹੁੰਦੇ ਆ। ਕਿਉਂਕਿ ਜਿੱਥੇ ਜਿਹੜੀ ਸਰਕਾਰ ਹੁੰਦੀ ਹੈ ਉਹ ਫਿਰ ਕੇਂਦਰ ਸਰਕਾਰ ਦੀਆਂ ਦਿੱਤੀਆਂ ਹੋਈਆਂ ਸਹੂਲਤਾਂ ਦਾ ਜਿਹੜਾ ਦਿਖਾਵਾ ਆ ਉਹ ਲੋਕਾਂ ਦੇ ਵਿੱਚ ਜ਼ਿਆਦਾਤਰ ਨਹੀਂ ਕਰਦੇ, ਕਿਉਂਕਿ ਉਹ ਅਗਰ ਇਹ ਦੱਸਣਗੇ ਵੀ ਇਹ ਕੇਂਦਰ ਸਰਕਾਰ ਦੇ ਵੱਲੋਂ ਆਈ ਹੋਈ ਲਾਭ ਯੋਜਨਾ ਹੈ ਤਾਂ ਫਿਰ ਉਹਦੇ 'ਚ ਉਹਨਾਂ ਦਾ ਪ੍ਰਭਾਵ ਘਟੇਗਾ। ਲੇਕਿਨ ਮੋਦੀ ਸਾਹਿਬ ਦੀ ਸੋਚ ਦੇ ਮੁਤਾਬਿਕ ਇਹ ਲੱਗ ਰਿਹਾ ਕਿ ਉਹਨਾਂ ਦਾ ਕਹਿਣਾ ਇਹ ਹੈ ਕਿ ਤੁਸੀਂ ਅਖਬਾਰ ਲਓ, ਉਹਨੂੰ ਆਪ ਵੀ ਪੜ੍ਹੋ, ਕਿਉਂਕਿ ਅਖਬਾਰ ਇੱਕ ਐਸਾ ਪ੍ਰੋਡਕਟ ਹੈ ਜਿਹੜਾ ਸ਼ਾਮ ਤੱਕ ਜ਼ਿੰਦਾ ਰਹਿੰਦਾ ਹੈ। ਤੁਸੀਂ ਦੁਪਹਿਰ ਤੱਕ ਆਪ ਪੜ੍ਹ ਲਓ, ਦੁਪਹਿਰ ਤੋਂ ਬਾਅਦ ਉਹਨੂੰ ਕਿਸੇ ਜਨਤਕ ਸਥਾਨ ਦੇ ਉੱਤੇ ਰੱਖ ਦਿਓ, ਤਾਂ ਕਿ ਉਹਦੇ ਵਿੱਚ ਜਿਹੜਾ ਹੈ, ਕਿਉਂਕਿ ਛਪਿਆ ਤਾਂ ਬਹੁਤ ਕੁਝ ਹੁੰਦਾ ਹੈ, ਹੁਣ ਹਰ ਪ੍ਰਚਾਰ ਜਿਹੜਾ ਹੈ ਕਿਸੇ ਦੇ ਮੂੰਹ ਤੋਂ ਨਹੀਂ ਹੋ ਸਕਦਾ, ਤਾਂ ਉਹ ਅਖਬਾਰ ਜਿਹੜਾ ਆ, ਕਿਉਂਕਿ ਅਖਬਾਰ ਇੱਕ ਐਸਾ ਪੈਟਰਨ ਹੈ, ਉਸ ਦੇ ਵਿੱਚ ਕੇਂਦਰ ਸਰਕਾਰ ਦੀਆਂ ਖਬਰਾਂ ਵੀ, ਕੇਂਦਰ ਸਰਕਾਰ ਦੀਆਂ ਜਾਣਕਾਰੀਆਂ ਵੀ, ਸਟੇਟ ਸਰਕਾਰ ਦੀਆਂ ਜਾਣਕਾਰੀਆਂ ਵੀ ਉਹ 'ਚ ਦਿੱਤੀਆਂ ਹੁੰਦੀਆਂ, ਉਹ ਲੋਕ ਪੜ੍ਹਨਗੇ। ਦੂਸਰੀ ਚੀਜ਼, ਜਿਹੜੀ ਕੇਂਦਰ ਸਰਕਾਰ ਦੇ ਵੱਲੋਂ ਵਿਗਿਆਪਨ ਦਿੱਤਾ ਗਿਆ ਹੋਇਆ, ਉਸ ਦੀ ਕਟਿੰਗ ਕੱਟ ਕੇ ਤੁਸੀਂ ਕਿਸੇ ਜਨਤਕ ਸਥਾਨ ਦੇ ਉੱਤੇ ਲਗਾ ਦਿਓ, ਤਾਂ ਕਿ ਲੋਕਾਂ ਦੀ ਨਜ਼ਰ 'ਚ ਇਹ ਉੱਥੇ ਆਵੇ, ਤਾਂ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਜਿਹੜੀ ਹੈ ਸਾਡੇ ਲਈ ਕੀ ਕਰ ਰਹੀ ਹੈ ਤੇ ਅੱਗੇ ਉਹਨਾਂ ਦੀ ਕੀ ਯੋਜਨਾ ਹੈ। ਮੈਂ ਸਮਝਦਾ ਕਿ ਇਸ ਤਰ੍ਹਾਂ ਦੀ ਤਿਆਰੀ ਜਿਹੜੀ ਹੈ ਉਹ ਮੋਦੀ ਸਾਹਿਬ ਕਰਨ ਦੀ ਸੋਚ ਰਹੇ ਨੇ। ਰਹੀ ਗੱਲ ਵਿਰੋਧੀਆਂ ਦੀ, ਠੀਕ ਹੈ, ਤੁਸੀਂ ਦੇਖਿਆ ਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਕਿੰਨੇ ਵੱਡੇ ਘੁਟਾਲੇ ਜਿਹੜੇ ਸਾਹਮਣੇ ਆਏ ਆ, ਤੇ ਸਮਾਜ ਦਾ ਭਲਾ ਤਾਂ ਉਦੋਂ ਹੀ ਹੋ ਸਕੇਗਾ ਜਦੋਂ ਘੁਟਾਲੇਬਾਜ਼ ਜਿਹੜਾ ਵੀ ਬੰਦਾ ਹੋਵੇ। ਹੁਣ ਅੱਜ ਪੰਜਾਬ ਸਰਕਾਰ ਵੀ ਬਹੁਤ ਸਾਰੀਆਂ ਐਸੀਆਂ ਕਾਰਵਾਈਆਂ ਕਰ ਰਹੀ ਨੇ ਕਿ ਜਿੰਨੇ ਵੀ ਪੁਰਾਣੇ ਭ੍ਰਸ਼ਟਾਚਾਰੀ ਨੇ ਜਾਂ ਨਵੇਂ ਜਿਹੜੇ ਇਹਨਾਂ ਦੀ ਸਰਕਾਰ 'ਚ ਵੀ ਅਗਰ ਕਿਤੇ ਭ੍ਰਸ਼ਟਾਚਾਰ ਹੋ ਰਿਹਾ, ਚਾਹੇ ਉਹ ਸਰਕਾਰੀ ਕਿਸੇ ਮਹਿਕਮੇ 'ਚ ਜਾਂ ਕਿਤੇ ਵੀ, ਉਹ ਕਾਰਵਾਈ ਕਰ ਰਹੇ ਆ, ਤੇ ਅਸੀਂ ਉਹਨਾਂ ਨੂੰ ਵੀ ਐਪਰੀਸ਼ੀਏਟ ਕਰਦੇ ਹਾਂ ਕਿ ਇਹ ਬਹੁਤ ਵਧੀਆ ਸ਼ਲਾਘਾਯੋਗ ਕਦਮ ਹੈ। ਇਸੇ ਤਰੀਕੇ ਅਗਰ ਕੇਂਦਰ ਸਰਕਾਰ ਪੁਰਾਣੇ ਭ੍ਰਸ਼ਟਾਚਾਰੀਆਂ ਦੇ ਉੱਤੇ ਜਾਂ ਨਵੇਂ ਭ੍ਰਸ਼ਟਾਚਾਰੀਆਂ ਦੇ ਉੱਤੇ ਕੋਈ ਕਾਰਵਾਈ ਕਰਦੀ ਆ ਤਾਂ ਅਸੀਂ ਉਹਨਾਂ ਦੇ ਵੀ ਪ੍ਰਸ਼ੰਸਕ ਹਾਂ। ਅਸੀਂ ਚਾਹੁੰਦੇ ਹਾਂ ਕਿ ਇਹ ਘੁਟਾਲੇਬਾਜ਼ੀਆਂ ਜਿਹੜੀਆਂ ਇਹ ਸਾਡੇ ਦੇਸ਼ ਦੇ ਵਿੱਚੋਂ ਖਤਮ ਹੋਣ, ਤਾਂ ਹੀ ਸਾਡਾ ਸਮਾਜ ਜਿਹੜਾ ਹੈ ਉਹ ਮਜ਼ਬੂਤ ਸਮਾਜ ਬਣ ਸਕੇਗਾ ਔਰ ਦੇਸ਼ ਜਿਹੜਾ ਸਾਡਾ ਅੱਗੇ ਵੱਧ ਸਕੇਗਾ। ਅਸੀਂ ਇਹ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਔਰ ਇਸ ਤਰ੍ਹਾਂ ਦੀਆਂ ਹੀ ਪਾਰਟੀਆਂ ਅੱਗੇ ਆਉਣੀਆਂ ਚਾਹੀਦੀਆਂ ਜਿਹੜੀਆਂ ਘੁਟਾਲੇਬਾਜ਼ਾਂ ਦੇ ਖਿਲਾਫ ਹੋਣ ਤੇ ਸਮਾਜ ਦੇ ਹਿੱਤ ਦੇ ਵਿੱਚ ਕੰਮ ਕਰਨ। ਬਿਲਕੁਲ ਜੀ, ਤੁਸੀਂ ਘਪਲੇਬਾਜ਼ਾਂ ਦੀ ਗੱਲ ਕੀਤੀ ਹੈ ਤੇ ਉੱਥੇ ਨਾਲ ਹੀ ਨਾਲ ਅਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰ ਲਈਏ ਖਬਰ, ਤੇ ਉਹਦੇ ਉੱਤੇ ਤੁਹਾਡੇ ਕੋਲੋਂ ਜਿਹੜੇ ਆ ਜਾਣਕਾਰੀ ਵੀ ਲਵਾਂਗੇ। ਕੈਬਨਿਟ ਮੰਤਰੀ ਨੇ ਲਾਲਜੀਤ ਸਿੰਘ ਭੁੱਲਰ ਜੀ, ਐਤਕੀ ਜ਼ਮੀਨਾਂ ਖਾਲੀ ਕਰਾਉਣ ਦੀ ਜ਼ਿੰਮੇਵਾਰੀ ਉਹਨਾਂ ਦੇ ਕੋਲ ਹੈ, ਤੇ ਜ਼ਮੀਨਾਂ ਖਾਲੀ ਕਰਵਾ ਰਹੀਆਂ ਨੇ। ਈਸੜੂ ਦੇ ਵਿੱਚ ਕਰਾਈ ਹੈ ਜੀ, 100 ਏਕੜ ਜ਼ਮੀਨ ਜਿਹੜੀ ਹੈ ਉਹ ਤੋਂ ਨਜਾਇਜ਼ ਕਬਜ਼ਾ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਹਟਾ ਲਿਆ ਗਿਆ। ਪਰ ਉਸ ਤੋਂ ਬਾਅਦ ਲਾਲਜੀਤ ਸਿੰਘ ਭੁੱਲਰ ਹੋਣੀ ਜਿਹੜੇ ਹੈ ਉਹ ਵਿਧਾਇਕਾਂ ਨੂੰ ਇੱਕ ਨਸੀਹਤ ਦਿੰਦੇ ਨਜ਼ਰ ਆਏ ਨੇ, ਜਿੱਥੋਂ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੇ ਸੰਬੰਧਿਤ MLA ਨੇ ਜਾਂ ਹੋਰ ਲੋਕ ਨੇ, ਉਹਨਾਂ ਜ਼ਮੀਨਾਂ ਦੇ ਜਿਹੜੇ ਕਾਬਜ਼ ਦੇ ਲੋਕ ਨੇ, ਉਹਨਾਂ ਦੇ ਪ੍ਰਭਾਵ ਹੇਠ ਆ ਕੇ ਇਹ ਸੋਚ ਕੇ ਕਿ ਸਾਡੀਆਂ ਵੋਟਾਂ ਨੇ ਤੇ ਉਹਨਾਂ ਦੀ ਹਮਾਇਤ ਕਰਨ ਲੱਗ ਜਾਂਦੇ। ਤੇ ਲਾਲਜੀਤ ਸਿੰਘ ਭੁੱਲਰ ਨੇ ਕਿਹਾ, ਕਹਿੰਦੇ ਕਿਸੇ ਵੀ ਕਬਜ਼ਾਕਾਰੀ ਜਿਹੜਾ ਵਿਅਕਤੀ ਆ ਉਹਦੀ ਹਮਾਇਤ ਨਾ ਕਰੋ। MLA ਸਾਹਿਬਾਨ ਨੂੰ ਕਿਹਾ, ਕਹਿੰਦੇ ਸਰਕਾਰ 10 ਲੋਕਾਂ ਨੂੰ ਖੁਸ਼ ਕਰਨ ਲੱਗਿਆ 500 ਲੋਕਾਂ ਨੂੰ ਨਾਰਾਜ਼ ਨਹੀਂ ਕਰੂਗੀ। ਕਿਵੇਂ ਦੇਖਦੇ ਹੋ?
ਇਸ ਫਰਮਾਨ ਨੂੰ, ਇਸ ਤੁਕੇ ਨੂੰ, ਇਸ ਸਿੱਧੇ ਪੁਆਇੰਟ ਨੂੰ, ਸਿੱਧੀ ਵਿਵਾਦ ਗੱਲ ਨੂੰ ਕਿ ਅਸੀਂ 10 ਲੋਕਾਂ ਨੂੰ ਖੁਸ਼ ਕਰਨ ਵਾਸਤੇ 500 ਲੋਕਾਂ ਜਿਹੜੇ ਕਿ ਚਾਹੁੰਦੇ ਨੇ ਕਿ ਕਬਜ਼ਾ ਹਟ ਜਾਏ, ਨਜਾਇਜ਼ ਕਬਜ਼ੇ ਲੋਕੀ ਹਟਾ ਦੇਣ, ਅਸੀਂ ਉਹਨਾਂ ਲੋਕਾਂ ਨੂੰ ਨਾਰਾਜ਼ ਨਹੀਂ ਕਰਨਾ ਤੇ ਸਰਕਾਰ ਨੂੰ ਜਿਹੜਾ ਸਰਕਾਰੀ ਸਾਧਨ ਨੇ, ਐਸੈਟਸ ਨੇ, ਉਹਨਾਂ ਉੱਤੇ ਨਜਾਇਜ਼ ਕਬਜ਼ੇ ਨਹੀਂ ਰਹਿਣ ਦੇਣੇ। ਲਾਲਜੀਤ ਸਿੰਘ ਭੁੱਲਰ ਕੀ ਕਹਿੰਦੇ ਨਜ਼ਰ ਆ ਰਿਹਾ, ਇਹ ਗੱਲ ਕਿੱਥੋਂ ਨਿਕਲੀ ਲੱਗਦੀ ਹੈ? ਸਰ, ਇਹ ਲਾਲਜੀਤ ਸਿੰਘ ਭੁੱਲਰ ਜੀ ਦੀ ਜਿਹੜੀ ਇਹ ਗੱਲ ਹੈ ਬਹੁਤ ਹੀ ਸ਼ਲਾਘਾਯੋਗ ਹੈ ਔਰ ਬਹੁਤ ਹੀ ਖੂਬਸੂਰਤ ਹੈ, ਕਿਉਂਕਿ ਮੰਤਰੀ ਸਾਹਿਬ ਜਿਹੜੇ ਹੁੰਦੇ ਆ ਉਹ ਪੂਰੀ ਸਟੇਟ ਦੇ ਹੁੰਦੇ ਨੇ, ਜਿਹੜੇ ਇੱਕ MLA ਸਾਹਿਬ ਹੁੰਦੇ ਨੇ ਉਹ ਇੱਕ ਆਪਣੇ ਇਲਾਕੇ ਦੇ ਹੁੰਦੇ ਨੇ, ਉਹਨਾਂ ਦੇ ਉੱਤੇ ਲੋਕਾਂ ਦਾ ਪ੍ਰਭਾਵ ਹੁੰਦਾ ਆ ਜਿਨ੍ਹਾਂ ਨੇ ਜ਼ਮੀਨਾਂ ਦੇ ਉੱਤੇ ਕਬਜ਼ੇ ਕੀਤੇ ਹੋਏ ਨੇ ਔਰ ਉਹਨਾਂ ਦਾ ਮੇਲ ਜੋਲ ਉਹਨਾਂ ਦੇ ਨਾਲ ਹੁੰਦਾ ਤੇ ਉਹਨਾਂ ਨੂੰ ਉਸ ਦੇ ਉੱਤੇ ਥੋੜਾ ਜਿਹਾ ਮੁਸ਼ਕਿਲ ਹੁੰਦਾ ਹੈ ਸਾਹਮਣੇ ਆ ਕੇ ਬੁਰੇ ਨੂੰ ਬੁਰਾ ਕਹਿਣਾ। ਲੇਕਿਨ ਜਿਸ ਅਹੁਦੇ ਦੇ ਉੱਤੇ ਇਸ ਟਾਈਮ ਲਾਲਜੀਤ ਭੁੱਲਰ ਜੀ ਨੇ, ਅਗਰ ਉਹਨਾਂ ਨੇ ਇਹ ਗੱਲ ਕਹੀ ਹੈ ਤਾਂ ਮੈਂ ਸਮਝਦਾ ਕਿ ਵਿਧਾਇਕਾਂ ਨੂੰ ਇਸ ਚੀਜ਼ ਨੂੰ ਬੜਾ ਸਾਫ਼ ਸੁਥਰੇ ਤਰੀਕੇ ਦੇ ਨਾਲ ਸਮਝ ਲੈਣਾ ਚਾਹੀਦਾ ਔਰ ਇਸ ਮੁੱਦੇ ਦੇ ਵਿੱਚੋਂ ਬਾਹਰ ਹੋ ਜਾਣਾ ਚਾਹੀਦਾ ਕਿ ਲੋਕਾਂ ਨੂੰ ਬੜੇ ਪਿਆਰ ਦੇ ਨਾਲ ਇਹ ਰਿਕੁਐਸਟ ਕਰ ਦੇਣੀ ਚਾਹੀਦੀ ਹੈ ਕਿ ਵੀ ਜਿਹਦੇ ਕੋਲ ਵੀ ਨਜਾਇਜ਼ ਤੌਰ ਦੇ ਉੱਤੇ ਸਰਕਾਰੀ ਜ਼ਮੀਨ ਦੇ ਉੱਤੇ ਜਾਂ ਕਿਸੇ ਵੀ ਜ਼ਮੀਨ ਦੇ ਉੱਤੇ ਕਬਜ਼ਾ ਹੈ ਤੇ ਉਸ ਨੂੰ ਖਾਲੀ ਕਰ ਦੇਣ। ਉਸ ਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਤੇ ਇਹ ਗੱਲ ਪੰਜਾਬ ਦੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਦੇ ਵਿੱਚੋਂ ਇੱਕ ਵਾਅਦਾ ਹੈ, ਕਿਉਂਕਿ ਅਗਰ ਇਹ ਜ਼ਮੀਨਾਂ ਛੁਡਾਈਆਂ ਜਾਣਗੀਆਂ, ਇੱਕ ਤਾਂ ਲੋਕਾਂ ਦੇ ਵਿੱਚ ਵਿਸ਼ਵਾਸ ਬਣੇਗਾ ਆਮ ਆਦਮੀ ਪਾਰਟੀ ਦੇ ਪ੍ਰਤੀ ਔਰ ਦੂਸਰੀ ਚੀਜ਼ ਉਸ ਜ਼ਮੀਨਾਂ ਦੇ ਉੱਤੋਂ ਜਦੋਂ ਆਮਦਨ ਸ਼ੁਰੂ ਹੋਏਗੀ ਪਿੰਡ ਦੀ ਪੰਚਾਇਤ ਨੂੰ ਜਾਂ ਸ਼ਹਿਰ ਦੀ ਜੇ ਕੋਈ ਜ਼ਮੀਨ ਹੈ ਤਾਂ ਉਸ ਦੇ ਵਿੱਚ ਕਿਤੇ ਨਾ ਕਿਤੇ ਕੋਈ ਪ੍ਰੋਜੈਕਟ ਲੱਗੇਗਾ ਜਾਂ ਕੋਈ ਉੱਥੇ ਡਿਵੈਲਪਮੈਂਟ ਹੋਏਗੀ ਤਾਂ ਇਹ ਲੋਕਾਂ ਨੂੰ, ਸ਼ਹਿਰੀਆਂ ਨੂੰ ਔਰ ਪਿੰਡੂ ਲੋਕਾਂ ਨੂੰ ਫਾਇਦਾ ਹੋਏਗਾ ਔਰ ਸਮਾਜ ਦੇ ਵਿੱਚ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਪ੍ਰਤੀ ਵਿਸ਼ਵਾਸ ਜਾਗੇਗਾ ਔਰ ਇਹਨਾਂ ਨੂੰ ਉਨਾ ਹੀ ਇੱਜ਼ਤ ਮਾਨ ਸਨਮਾਨ ਮਿਲੇਗਾ ਔਰ ਲੋਕ ਸਮਝਣਗੇ ਇਹ ਸੱਚੀ ਮੁੱਚੀ ਦੀ ਇਮਾਨਦਾਰ, ਕੱਟੜ ਇਮਾਨਦਾਰ ਜੋ ਸ਼ਬਦ ਯੂਜ਼ ਕਰਦੇ ਸੀ ਵੀ ਉਸ ਤਰ੍ਹਾਂ ਦੀ ਸਰਕਾਰ ਹੈ। ਤੇ ਮੈਂ ਸਮਝਦਾ ਕਿ ਇਹ ਕੰਮ ਹੋਣਾ ਚਾਹੀਦਾ ਔਰ ਬਹੁਤ ਵਧੀਆ ਗੱਲ ਹੈ। ਬਿਲਕੁਲ ਜੀ, ਜਾਂਦੇ ਜਾਂਦੇ ਆਪਾਂ ਦਰਸ਼ਕਾਂ ਨਾਲ ਇਹ ਵੀ ਜਾਣਕਾਰੀ ਸਾਂਝੀ ਕਰ ਜੀਏ ਕਿਉਂਕਿ ਨਗਰ ਨਿਗਮਾਂ ਦੀਆਂ ਚੋਣਾਂ ਆਉਣ ਵਾਲੀਆਂ ਨੇ, ਖਾਸ ਤੌਰ ਤੇ ਜਿਹੜੇ ਜਲੰਧਰ ਦੇ ਸਾਡੇ ਦਰਸ਼ਕ ਨੇ ਉਹ ਜ਼ਰੂਰ ਇਸ ਗੱਲ ਦੇ ਵਿੱਚ ਦਿਲਚਸਪੀ ਰੱਖਦੇ ਨੇ ਕਿ ਵਾਰਡ ਬੰਦੀ ਦਾ ਕੀ ਬਣਿਆ। ਵਾਰਡ ਬੰਦੀ ਦਾ ਨਕਸ਼ਾ ਲੱਗਿਆ ਸੀ, ਉਹਦੀ ਕੱਲ ਜਿਹੜੀ ਆ ਤਰੀਕ ਮੁੱਕ ਗਈ ਹੈ ਤੇ ਉਸ ਤੋਂ ਬਾਅਦ ਇਤਰਾਜ਼ ਜਿਹੜੇ ਆ 119 ਇਤਰਾਜ਼ ਟੋਟਲ ਆਏ ਨੇ ਤੇ ਉਹਨਾਂ ਇਤਰਾਜ਼ਾਂ ਨੂੰ ਜਿਹੜਾ ਉਹ ਭੇਜਤਾ ਜਾਏਗਾ ਬਕੌਲ ਕਮਿਸ਼ਨਰ। ਉਹਨਾਂ ਇਤਰਾਜ਼ਾਂ ਦੇ ਉੱਤੇ ਕਾਬਤਾ ਲੱਗੇਗਾ ਚੰਡੀਗੜ੍ਹ ਜਾਣ ਨੂੰ ਤੇ ਉਸ ਤੋਂ ਬਾਅਦ ਉਹਦੇ ਹਿਸਾਬ ਨਾਲ ਜਿਹੜੀ ਉਹ 'ਚ ਤਬਦੀਲੀਆਂ ਕਰਨ ਵਾਲੀਆਂ ਉਹ ਕਰ ਲਈਆਂ ਜਾਣਗੀਆਂ। ਪਰ ਨਾਲ ਦੀ ਨਾਲ ਖਬਰ ਇਹ ਵੀ ਹੈ ਕਿ ਕਾਂਗਰਸ ਪਾਰਟੀ ਵੱਲੋਂ ਵੀ ਖਬਰ ਆਈ ਹੈ ਕਿ ਉਹਨਾਂ ਨੇ ਗੱਲ ਫਾਈਨਲ ਕਰ ਲਈ ਹੈ ਕਿ ਉਹਨਾਂ ਨੇ ਜਿਹੜੀ ਨਵੇਂ ਵਾਰਡ ਬੰਦੀ ਆ ਉਹਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਣੀ ਹੈ। ਉਹਦਾ ਕਾਰਨ ਇਹ ਮੰਨਿਆ ਜਾਂਦਾ ਕਿ ਜਿਹੜੀ ਡੀਲਿਮੀਟੇਸ਼ਨ ਜਿਹੜੀ ਕਰਨੀ ਸੀ, ਡੀਲਿਮੀਟੇਸ਼ਨ ਬੋਰਡ, ਉਹਦੇ ਜਿਹੜੇ ਪੁਰਾਣੇ ਮੈਂਬਰ ਸੀ ਜਿਹੜੇ ਕਾਂਗਰਸ ਪਾਰਟੀ ਦੇ ਵੀ ਸੀਗੇ ਵਿੱਚ ਕੁਝ, ਕਹਿੰਦੇ ਉਹਨਾਂ ਨੂੰ ਹਟਾ ਕੇ ਉਹਨਾਂ ਦੇ ਦੂਜੇ ਲਾ ਲਏ, ਕਿਸੇ ਨੂੰ ਬੁਲਾਇਆ ਨਹੀਂ ਗਿਆ ਤੇ ਉਹ ਉਸ ਕਲੂ ਨੂੰ ਲੈ ਕੇ, ਉਸ ਪੁਆਇੰਟ ਨੂੰ ਲੈ ਕੇ ਜਿਹੜੇ ਆ ਉਹ ਅਦਾਲਤ ਵਿੱਚ ਜਾਣਗੇ। ਤੇ ਕੀ ਲੱਗਦਾ ਜੇ ਅਦਾਲਤ ਦੇ ਰਾਹ ਪੈ ਗਈ ਇਹ ਵਾਰਡ ਬੰਦੀ ਤੇ ਫਿਰ ਵਾਰਡ ਦੇ ਵੋਟਾਂ ਜਿਹੜੀਆਂ ਉਹ ਕਿੱਥੋਂ ਤੱਕ ਜਾਂਦੀਆਂ ਲੱਗਦੀਆਂ? ਸੰਧੂ ਸਾਹਿਬ, ਆਮ ਆਦਮੀ ਪਾਰਟੀ ਦੇ ਲੋਕਲ ਨੁਮਾਇੰਦਿਆਂ ਨੂੰ ਵੀ ਤੇ ਸਰਕਾਰ ਨੂੰ ਵੀ ਇਹ ਗੱਲ ਜ਼ਰੂਰ ਦੇਖਣੀ ਚਾਹੀਦੀ ਹੈ ਕਿ ਜਿਹੜੀਆਂ ਪਹਿਲਾਂ ਕਮੇਟੀਆਂ ਬਣੀਆਂ ਹੋਈਆਂ ਨੇ, ਅਗਰ ਉਹਨਾਂ ਦੇ ਵਿੱਚ ਪੁਰਾਣੇ ਆਗੂ ਜਿਹੜੇ ਆ, ਜਿਹੜੇ ਕਿ ਸ਼ਹਿਰਾਂ ਦੇ ਵਿੱਚ ਆਪਣੀ ਇੱਕ ਰੁਤਬਾ ਵੀ ਰੱਖਦੇ ਨੇ, ਜਾਣਕਾਰੀ ਵੀ ਰੱਖਦੇ ਨੇ, ਤੇ ਅਗਰ ਉਹਨਾਂ ਦਾ ਵੀ ਸਾਥ ਨਾਲ ਲੈ ਕੇ ਚੱਲਿਆ ਜਾਵੇ ਤਾਂ ਬਹੁਤ ਵਧੀਆ ਗੱਲ ਬਣੇਗੀ ਔਰ ਫਿਰ ਬਹੁਤ ਸਾਰੇ ਮਸਲੇ ਕੋਰਟ ਦਰਬਾਰ ਦੇ ਵਿੱਚ ਜਾਣ ਤੇ ਪਹਿਲਾਂ ਹੀ ਹੱਲ ਹੋ ਜਾਣਗੇ, ਜਿਨ੍ਹਾਂ ਦਾ ਫਾਇਦਾ ਹਮੇਸ਼ਾ ਸਮਾਜ ਨੂੰ ਮਿਲੇਗਾ। ਔਰ ਅਗਰ ਇਸ ਤਰੀਕੇ ਨਾਲ ਨਹੀਂ ਹੋਏਗਾ ਤਾਂ ਦੋਨੋਂ ਪਾਰਟੀਆਂ ਦੀ ਤਕਰਾਰ ਅਗਰ ਕਿਸੇ ਨਾ ਕਿਸੇ ਕਚਹਿਰੀ ਦੇ ਵਿੱਚ ਪਹੁੰਚ ਜਾਏਗੀ, ਕਿਸੇ ਕੋਰਟ ਦੇ ਵਿੱਚ ਪਹੁੰਚ ਜਾਏਗੀ, ਤਾਂ ਫਿਰ ਉੱਥੇ ਜਾ ਕੇ ਕਾਨੂੰਨੀ ਤੌਰ ਦੇ ਉੱਤੇ ਹੋ ਸਕਦਾ ਹੈ ਕਿ ਕਿਸੇ ਦੇ ਉੱਤੇ ਸਟੇ ਮਿਲ ਜਾਵੇ ਜਾਂ ਕੋਈ ਮਾਮਲਾ ਲਟਕ ਜਾਵੇ, ਤਾਂ ਫਿਰ ਉਹ ਨੁਕਸਾਨ ਵੀ ਹੋ ਸਕਦਾ ਹੈ ਜਨਤਾ ਦਾ। ਤੇ ਮੈਂ ਸਮਝਦਾ ਕਿ ਸਰਕਾਰ ਨੂੰ ਵੀ ਤੇ ਦੂਸਰੀਆਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਦੇ ਨੁਮਾਇੰਦੇ ਆ ਉਹਨਾਂ ਨੂੰ ਵੀ ਇਸ ਗੱਲ ਨੂੰ ਜ਼ਰੂਰ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਜਨਤਾ ਦੇ ਹਿੱਤ ਲਈ ਅਸੀਂ ਮਿਲ ਵਰਤ ਕੇ ਬੈਠ ਕੇ ਕਿਸ ਤਰੀਕੇ ਨਾਲ ਕਿਸੇ ਚੀਜ਼ ਦਾ ਹੱਲ ਕੱਢ ਸਕੀਏ।
ताकि जनता का फायदा हो सके, समाज का फायदा हो सके। यही मेरी एक सोच है और गुजारिश है। ਬਿਲਕੁਲ ਬਿਲਕੁਲ ਮਹਿੰਦਰ ਜੀ, ਜਿਹੜੀ ਤੁਸੀਂ ਗੱਲ ਕੀਤੀ ਉੱਤੇ ਨਾਲ ਦੀ ਨਾਲ ਗੱਲ ਕਰੀਏ, ਜਿਹੜੇ ਜਲੰਧਰ ਦੇ ਲੋਕਲ ਸਫੇ ਨੇ ਉਹ ਭਰੇ ਹੋਏ ਨੇ ਇਹਨਾਂ ਖਬਰਾਂ ਦੇ ਨਾਲ, ਕਿਉਂਕਿ ਕਿਤੇ ਤਾਂ ਜਿਹੜਾ ਸੀਵਰੇਜ ਦਾ ਪਾਣੀ ਹੈ ਗੰਦਾ, ਉਹਦੀ ਨਿਕਾਸੀ ਦਾ ਯੋਗ ਪ੍ਰਬੰਧ ਨਹੀਂ ਹੋ ਰਿਹਾ, ਕਿਤੇ ਕਹਿੰਦੇ ਟਿਊਬਵੈਲ ਖਰਾਬ ਹੈ, ਕਿਤੇ ਉੱਤੋਂ ਗਰਮੀ ਦੇ ਵਿੱਚ ਵਾਟਰ ਸਪਲਾਈ ਦਾ ਜਿਹੜਾ ਪ੍ਰਬੰਧ ਆ ਉਹ ਦਰੁਸਤ ਨਹੀਂ ਹੋ ਪਾ ਰਿਹਾ। ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ। ਸੋ ਇਹਨਾਂ ਸਮੱਸਿਆ ਦਾ ਹੱਲ ਇਹੀ ਹੈ ਕਿ ਜੇ ਯੋਗ ਪ੍ਰਤੀਨਿਧ ਚੁਣ ਕੇ ਸਾਹਮਣੇ ਆਉਣਗੇ, ਜਿਹੜੇ ਇਸ ਵਕਤ ਵਾਰਡਾਂ ਦੇ ਵਿੱਚ ਨਵੇਂ ਲੀਡਰਸ਼ਿਪ ਜਿਹੜੀ ਆ ਉਹ ਵੀ ਸਰਗਰਮ ਆ, ਤੇ ਉਹਨਾਂ ਦੇ ਵਿੱਚੋਂ ਹੀ ਲੋਕੀ ਜਿਹੜੇ ਅਗਰ ਚੁਣ ਕੇ ਆਪਣੇ ਨੁਮਾਇੰਦੇ ਲੈ ਕੇ ਆਣਗੇ ਤੇ ਨੁਮਾਇੰਦੇ ਪ੍ਰੋਪਰਲੀ ਗੱਲ ਹਾਊਸ ਵਿੱਚ ਉਠਾਉਣਗੇ, ਤੇ ਫਿਰ ਉਹਨਾਂ ਕੰਮਾਂ ਨੂੰ ਜਿਹੜੇ ਅਧਿਕਾਰੀ ਕਰਨ ਲਈ ਵੀ ਜਿਹੜੇ ਆ ਉਹ ਸਮੇਂ ਸਿਰ ਤਿਆਰ ਹੋ ਜਾਣਗੇ। ਮੈਨੂੰ ਲੱਗਦਾ ਕਿ ਇਦਾਂ ਦੇ ਅਗਰ ਨੁਮਾਇੰਦਿਆਂ ਦੀ ਚੋਣ ਜਿਹੜੀ ਆ ਉਹ ਛੇਤੀ ਤੋਂ ਛੇਤੀ ਮੁਕੰਮਲ ਹੋ ਜਾਵੇ ਤਾਂ ਹੀ ਜਲੰਧਰ ਵਾਸੀਆਂ ਨੂੰ ਜਿਹੜੀ ਆ ਜਿਹੜੀਆਂ ਰੋਜ਼ਮਰਾ ਦੀਆਂ ਸਮੱਸਿਆਵਾਂ ਉਹਨਾਂ ਤੋਂ ਕੋਈ ਨਾ ਕੋਈ ਰਾਹਤ ਮਿਲਣ ਦੀ ਉਮੀਦ ਵੱਝਦੀ ਹੈ। ਤੇ ਉਹ ਅੱਜ ਦੀ ਗੱਲਬਾਤ ਆਪਾਂ ਇੱਥੇ ਹੀ ਖਤਮ ਕਰੀਏ। ਮਿੰਦਰੋ ਜੀ, ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਸਮੂਹ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।